ਗੁਰ ਅਰਜਨ ਬਿਗਨ ਬਿਗਨ ਸ੍ਰੀ ਹਰਿਗੋਬਿੰਦ ਸ਼ੁਭ ਸਮਤ ਸ੍ਰੀ ਹਰਿ ਰਾਏ ਨਮੋ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਗੁਰ ਮੇਰਾ ਪਰਮ ਸ੍ਰੀ ਗੁਰੂ ਗੋਬਿੰਦ ਤਰੁ ਤਰਾ ਤਰ ਪੁਨ ਪੁਨ ਕੰਦਮ ਵਾਰ ਵਾਰ ਜਿਸ ਮੈਂ ਅੰਮ੍ਰਿਤ ਗਿਆਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਏਕ ਓੰਕਾਰ ਸਤਿਗੁਰੂ ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਬਿਗਨ ਸਤਨਾਮ ਸ੍ਰੀ ਵਾਹਿਗੁਰੂ ਜੀ। ਸਵਈਆ ਨਾਨਕ ਤਾਤ ਕਹੀ ਬਾਤ ਸੁਨੋ ਕਰ ਛਾਪ ਤੁਹੀ ਸੁਧ ਨਾਹੀ ਜਾਨਤ ਨਾਹੇ ਨ ਕਾਹੇ ਕਰੀ ਕਿ ਗੇਰ ਦਈ ਕਿ ਦਈ ਕਿਸ ਪਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਪਰਮ ਸਰੂਪ ਆਤਮਿਕ ਮੰਡਲ ਦੇ ਮਾਲਕ ਰੂਹਾਨੀਅਤ ਦੇ ਮੁਜੱਸ਼ਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦੀ ਅੰਦਰ ਸੰਧਿਆ ਦੇ ਦੀਵਾਨ ਆਰੰਭ ਹੋਏ ਹਨ, ਜੋ ਗੁਰੂ ਸਾਹਿਬ ਜੀ ਦੀ ਬਖਸ਼ੀਸ਼ ਵਰਤੀ ਹੈ। ਗੁਰੂ ਨਾਨਕ ਦੀ ਪਿਆਰੀ ਕਥਾ ਆਪ ਗੁਰੂ ਸੰਗਤਾਂ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰਦੇ। ਸਤਿਗੁਰੂ ਆਪ ਜੀਆਂ ਦੀ ਯਾਤਰਾ ਸਫਲ ਕਰਨ, ਕਦਮ ਕਦਮ ਲੇਖੇ ਵਿੱਚ ਲਾਉਣ, ਗੁਰਫਤਿਹ ਦੀ ਸਾਂਝ ਪਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਿਰੰਕਾਰੀ ਜੋਤ, ਗਰੀਬਾਂ ਨੂੰ ਨਿਵਾਜਣ ਵਾਲੇ ਸੱਚੇ ਸੁੱਚੇ ਰਹਿਬਰ ਹਨ ਮੇਰੇ ਨਾਨਕ ਜੀ। ਆਪ ਜਗਤ ਜਲੰਦੇ ਦੇ ਵਿੱਚ ਠੰਡ ਵਰਤਾਉਣ ਵਾਸਤੇ ਪਹੁੰਚੇ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਮਹਾਰਾਜ ਸਾਹਿਬ ਜੀ ਨੇ ਜਦੋਂ ਧਿਆਨ ਲਾ ਕੇ ਵੇਖਿਆ ਤੇ ਕੀ ਹੈ, ਸਾਰੀ ਸ੍ਰਿਸ਼ਟੀ ਸੜ ਰਹੀ ਹੈ। ਤੇ ਭਾਈ ਗੁਰਦਾਸ ਜੀ ਦੇ ਬਚਨ ਹਨ। ਬਾਬਾ ਕਹਿਣ ਲੱਗਾ, ਭਾਈ ਮਰਦਾਨਾ ਵੇਖ ਸਾਰੇ ਜੀਵ ਜੰਤ ਸੜ ਰਹੇ ਨੇ। ਤੇ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਕਿੱਥੇ ਸੜ ਰਹੇ ਆ? ਕਿੰਨੇ ਸੋਹਣੇ ਦਰਖਤ ਨੇ ਹਰੇ ਭਰੇ, ਪਾਣੀ ਹੈ ਸੁੰਦਰ ਵਗ ਰਿਹਾ, ਕਿੰਨੇ ਸੋਹਣੇ ਲੋਕਾਂ ਦੇ ਮਹਿਲ ਮਾੜੀਆਂ ਤੇ ਸੋਹਣੇ ਸੋਹਣੇ ਕੱਪੜੇ ਤੇ ਸੋਹਣੇ ਸੋਹਣੇ ਚਿਹਰੇ ਹਨ। ਤੇ ਮੇਰੇ ਪਾਤਸ਼ਾਹ ਕਹਿੰਦੇ, ਮਰਦਾਨਿਆ ਸ਼ਬਦ ਵੇਖ ਕੀ ਹੈ, ਧਿਆਨ ਧਰ। ਤੂੰ ਬਾਹਰੋਂ ਬਾਹਰੋਂ ਵੇਣਾ ਹੈ, ਧਿਆਨ ਲਾ ਕੇ ਵੇਖ। ਆਖੋ ਸਤਨਾਮ।
ਕਹਿੰਦੇ ਮਹਾਰਾਜ ਧਿਆਨ ਤੇ ਮੇਰਾ ਲੱਗਦਾ ਹੀ ਨਹੀਂ। ਧਿਆਨ ਲਾਉਣਾ ਕੋਈ ਸੌਖਾ ਥੋੜਾ। ਧੁਨ ਮਹਿ ਧਿਆਨ ਧਿਆਨ ਮੈਂ ਜਾਣਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੇ ਸੁਰਤ ਨਾਲ ਨਾ ਕੰਮ ਕਰੇ, ਕਈ ਵਾਰੀ ਬੰਦਾ ਗੁਰਦੁਆਰੇ ਬੈਠਾ ਵੀ ਘਰੇ ਹੀ ਤੁਰਿਆ ਫਿਰਦਾ, ਤੇ ਕਈ ਵਾਰੀ ਸੁਰਤ ਹੋਵੇ ਤੇ ਬੰਦਾ ਹੁੰਦਾ ਘਰੇ ਹੈ ਤੇ ਧਿਆਨ ਗੁਰਦੁਆਰੇ ਹੈ। ਇਹ ਬਹੁਤ ਆਦਤ ਵਿੱਚ ਇੱਦਾਂ ਹੁੰਦਾ ਵੀ ਬੈਠੇ ਗੁਰੂ ਘਰ ਹੋਈਦਾ ਤੇ ਧਿਆਨ ਆਪਣੇ ਚੁੱਲ੍ਹੇ ਚੌਂਕੇ 'ਚ, ਪਸ਼ੂਆਂ ਵੱਲ ਚੱਲ ਜਾਂਦਾ। ਕਿਉਂਕਿ ਜਦੋਂ ਨਮਾਜ਼ ਪੜ੍ਹੀ ਸੀ ਨਾ ਸੁਲਤਾਨਪੁਰ, ਤੇ ਕਾਜੀ ਕਹਿਣ ਲੱਗਾ ਬਾਬਾ ਨਮਾਜ਼ ਨਹੀਂ ਪੜ੍ਹੀ। ਮਹਾਰਾਜ ਕਹਿੰਦੇ ਮੈਂ ਤੇ ਪੜ੍ਹਤੀ ਪਰ ਤੁਸੀਂ ਇੱਥੇ ਨਹੀਂ ਜੇ ਹੈਗੇ। ਕਹਿਣ ਲੱਗੇ ਮਹਾਰਾਜ ਇੱਥੇ ਹੀ ਆ, ਹੋਰ ਕਿੱਥੇ ਆ? ਵੇਖੋ ਸਾਰਿਆਂ ਦੇ ਵਿੱਚ। ਮਹਾਰਾਜ ਕਹਿੰਦੇ ਸਰੀਰ ਹੀ ਇੱਥੇ ਹੈ ਤੁਹਾਡਾ, ਤੇ ਮਨ ਤੇ ਤੁਹਾਡਾ ਕਾਬਲ ਦੇ ਵਿੱਚ ਘੋੜੇ ਖਰੀਦਦਾ ਫਿਰਦਾ। ਤੇ ਆ ਜਿਹੜਾ ਬਾਦਸ਼ਾਹ ਹੈ, ਇਹਨੂੰ ਇਹ ਹੈ ਵੀ ਘਰ ਦੇ ਵਿੱਚ ਘੋੜੀ ਸੂਈ ਹੈ, ਕਿਤੇ ਵਿਸ਼ੇਰਾ ਖੂਹੀ ਹੈ ਲਾਗੇ, ਉਹਦੇ 'ਚ ਨਾ ਡਿੱਗ ਪਵੇ। ਜਦੋਂ ਮਹਾਰਾਜ ਨੇ ਅੰਦਰ ਦੀ ਜਾਣੀ ਤੇ ਫਿਰ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਕਦਮਾਂ ਦੇ ਉੱਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇਹ ਸਾਰਿਆਂ ਨੇ ਝੁਕਣਾ ਕੀਤਾ। ਆਖੋ ਸਤਿਨਾਮ। ਗੁਰੂ ਗਰੀਬ ਨਵਾਜ ਅੰਦਰ ਦੀ ਜਾਣਦੇ ਨੇ, ਤਾਂ ਕਰਕੇ ਆਪਾਂ ਕਹੀਦਾ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ। ਅੰਦਰ ਦੀ ਜਾਣਨ ਵਾਲੇ ਨੇ ਸਤਿਗੁਰੂ, ਸਾਰਿਆਂ ਦੀਆਂ ਸ਼ਰਧਾ ਪੂਰੀਆਂ ਕਰਨ ਵਾਲੇ। ਬੰਦਾ ਨਹੀਂ ਕਿਸੇ ਦੀ ਸ਼ਰਧਾ ਪੂਰੀ ਕਰ ਸਕਦਾ। ਸ਼ਰਧਾ ਪੂਰੀ ਕਰਦਾ ਤੇ ਰੱਬ ਹੀ ਕਰਦਾ। ਵਾਹਿਗੁਰੂ ਹੀ ਭਾਗ ਲਾਉਂਦਾ। ਬੰਦਾ ਕੀ ਦੇ ਸਕਦਾ? ਬੰਦਾ ਤੇ ਮਿਹਣੇ ਦੇ ਸਕਦਾ, ਲਾਮੇ ਦੇ ਸਕਦਾ। ਇਸ ਕਰਕੇ ਮਹਾਰਾਜ ਸਗਲ ਦਵਾਰ ਕੋ ਗਇਓ ਤੁਹਾਰੋ। ਮਹਾਰਾਜ ਤਾਂ ਕਰਕੇ ਮੈਂ ਤੇਰੇ ਘਰ ਆਇਆ ਹਾਂ, ਸਾਰੇ ਬੂਹੇ ਛੱਡ ਕੇ। ਆਓ ਜੀ ਜੁੜਨਾ ਕਰੋ। ਇੱਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ। ਇੱਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ। ਏਕ 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 ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ
ਸੈਭੰ ਪ੍ਰਸਾਦ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਬਾਬਾ ਅਬ ਨਾਮ ਬਸੋਏ ਗਾਓ ਬਾਬਾ ਅਬ ਨਾਮ ਬਸੋਏ ਗਾਓ। ਸੰਗਤ ਨੂੰ ਪੜ੍ਹਨਾ ਮਿਲ ਕੇ ਬਾਬਾ ਅਬ ਨਾਮ ਬਸੋਏ ਗਾਓ ਬਾਬਾ ਅਬ ਨਾਮ ਬਸੋਏ ਗਾਓ। ਵਾਹਿਗੁਰੂ ਕਰੀ ਕਰੀ ਕਾ ਲੇਖਾ ਮੰਗੈ 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 ਜੀਓ ਪਿਆਰਿਓ ਕਾਇਤ ਚੇਤੋ ਨਾਉ ਕਾਇਤ ਚੇਤੋ ਨਾਉ ਬਾਬਾ ਅਬ ਨਾ ਬਸੋਏ ਗਾਓ ਬਾਬਾ ਅਬ ਨਾ ਬਸੋਏ ਗਾਓ। ਸੋਇਆ ਨਾਨਕ ਕਾਟ ਕਹੀਂ ਤਬ ਅਬ ਨਾ ਬਸੋ। ਬੜਾ ਪਿਆਰਾ ਸ਼ਬਦ ਜੀ, ਮਹਿੰਗਾ ਵੀ ਹੈ ਕਿਉਂਕਿ ਇਹਦੇ 'ਚ 2-3 ਭਾਸ਼ਾ ਮਿਕਸ ਹੈ। ਬਾਬੇ ਦੀ ਬੋਲੀ ਕਿਉਂਕਿ ਮਹਾਰਾਜ ਜਿੱਥੇ ਜਾਂਦੇ ਸੀ ਉਸੇ ਭਾਸ਼ਾ 'ਚ ਬਾਣੀ ਉਚਾਰਦੇ ਸੀ। ਮਹਾਰਾਜ ਦੇ ਬਚਨ ਕਹਿੰਦੇ ਬਾਬਾ ਅਬ ਨਾ ਬਸੋ ਇਹ ਗਾਉਂ। ਗਾਉਂ ਦੇ ਅਰਥ ਪਿੰਡ, ਔਰ ਅਰਥ ਬੜੇ ਕਮਾਲ ਦੇ। ਤੁਸੀਂ ਪੜ੍ਹਿਆ ਜ਼ਰੂਰ ਹੈ ਪਰ ਬਹੁਤਿਆਂ ਨੂੰ ਪਤਾ ਨਹੀਂ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਨੂੰ ਮਾਫੀ ਨਹੀਂ, ਸਮੁੱਚੀ ਸੰਗਤ ਨੂੰ ਮਾਫੀ ਮਿਲ ਜਾਂਦੀ ਹੈ। ਪਿਆਰ ਦੇ ਵਿੱਚ ਵੇਖਿਆ ਸੀ ਨਾ ਇੱਕ ਬੀਬੀ, ਉਹ ਤਾਂ ਮਹਾਰਾਜ ਦੇ ਪਿਆਰ 'ਚ ਇੰਨਾ ਕੁ ਭਿੱਜ ਗਈ, ਕਹਿੰਦੀ ਤੂੰ ਪਾਪੀ ਮੈਂ ਬਖਸ਼ਣਾ। ਉਹ ਤਾਂ ਇਹੀ ਪੜ੍ਹੀ ਜਾਵੇ ਵਾਰ-ਵਾਰ। ਸਿੱਖ ਕਹਿੰਦਾ ਮਾਤਾ ਕਮਲੀ, ਸਤਿਗੁਰੂ ਕਹਿੰਦੇ ਚੁੱਪ ਰਹਿਣ ਦੇ। ਕਹਿੰਦੇ ਮੈਂ ਅੰਦਰ ਵੇਖਣਾ ਸਿੱਖ ਦਾ। ਲੋਕੀ ਬਾਹਰੋਂ ਵੇਖ ਕੇ ਗੈਸ ਕਰਦੇ, ਅੰਦਾਜ਼ਾ ਲਾਉਂਦੇ ਐ ਮੈਨੂੰ ਅੰਦਰ ਸੋਣਾ ਚਾਹੀਦਾ, ਬਾਹਰੋਂ ਸਿੱਖ ਭਾਵੇਂ ਜਿੱਦਾਂ ਮਰਜ਼ੀ ਹੋਵੇ, ਪਰ ਆਪਾਂ ਦੁਨੀਆ ਨੂੰ ਬਾਹਰੋਂ ਸੋਣਾ ਚਾਹੀਦਾ। ਇਹ ਤਾਂ ਮਰ ਜਾਣੇ ਬਖਸ਼ਦੇ ਨਹੀਂ ਭੋਰਾ। ਤੁਸੀਂ ਕਿਤੇ ਨਾ ਮੂੰਹ ਸਿਰ ਬਣਾਇਆ ਹੋਵੇ ਤੇ ਉਸੇ ਵੇਲੇ ਵਿਆਹ 'ਚ ਕਹਿ ਦੇਣਗੇ ਲੈ ਪੈਸੇ ਮੋਗੇ ਸੀ। ਇਹ ਤਾਂ ਮਰ ਜਾਣੇ ਐ, ਛੱਡਦੇ ਨਹੀਂ, ਉਸੇ ਵੇਲੇ ਲਾਮੇ ਦਿੰਦੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰਬਾਣੀ ਕਹਿੰਦੀ ਐ ਜੋ ਜਾਣੈ ਮੈਂ ਜੋ ਬਣਵੰਤ। ਜਿਹੜਾ ਸਾਦਾ ਮਰਾਦਾ ਰਹਿੰਦਾ ਨਾ ਤੇ ਉਹਨੂੰ ਸਗੋਂ ਕਹਿਣਗੇ ਲੈ ਤੂੰ ਵੀ ਕੋਈ ਲਾਭ ਪਾ ਲਿਆ ਕਰ। ਇੱਦਾਂ ਬੋਲਦੇ ਆ।
ਪਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਲੋਕੀ ਬਾਹਰੋਂ ਪਸੰਦ ਕਰਦੇ, ਮੈਂ ਅੰਦਰੋਂ ਪਸੰਦ ਕਰਦਾ। ਮੈਨੂੰ ਅੰਦਰ ਤੇ ਉਹ ਮਾਈ ਕਹੀ ਜਾਵੇ ਮੈਂ ਤੂੰ ਪਾਪੀ ਮੈਂ ਬਖਸ਼ਣਹਾਰ। ਤੇ ਮਾਰੇ ਸਿੱਖ ਗਰਮ ਹੋਏ, ਕਹਿਣ ਲੱਗੇ, ਮਾਰੇ ਕਹਿੰਦੇ ਬੋਲੀ ਨਾ। ਹਾਂ ਮਾਤਾ ਪ੍ਰਵਾਨ ਆ ਤੇਰਾ, ਕਿਉਂਕਿ ਮਾਰੇ ਕਹਿੰਦੇ ਉਹ ਅੰਦਰੋਂ ਕਹਿ ਰਹੀ ਸੀ ਵੀ ਮੈਂ ਪਾਪੀ ਤੂੰ। ਉਹ ਜ਼ਿਆਦਾ ਪਿਆਰ 'ਚ ਡੁੱਲ ਗਏ ਬਚਨ ਤੇ ਉਲਟ ਹੋ ਗਿਆ, ਨਿਕਲ ਮੂੰਹ 'ਚੋਂ ਇਹ ਜਾਵੇ ਵੀ ਤੂੰ ਪਾਪੀ ਤੇ ਮੈਂ ਬਖਸ਼ਣਹਾਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਦੀ ਆਵਾਜ਼ ਸੁਣਦੇ ਆ, ਬਾਹਰੋਂ ਤਾਂ ਮਹਾਰਾਜ ਕਹਿੰਦੇ ਰਾਮ ਰਾਮ ਕਰਤਾ, ਥੋੜੇ ਫਿਰਦੇ ਵਾਹਿਗੁਰੂ 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 ਜੀ ਬੈਠੋ, ਵਾਹਿਗੁਰੂ ਜੀ ਆਇਆਂ ਨੂੰ, ਵਾਹਿਗੁਰੂ ਪ੍ਰਸ਼ਾਦਾ ਤੇ ਅੰਦਰ ਕਾਲਾ ਸ਼ਾਹ। ਮਹਾਰਾਜ ਕਹਿੰਦੇ ਤੂੰ ਮਾਲਾ ਫੇਰਦਾ, ਅੰਦਰ ਕਾਲਾ ਹੀ ਤੇਰਾ, ਅੰਦਰ ਤੇਰੇ ਹੈ ਨਹੀਂ ਕੁਛ ਵੀ, ਮੈਂ ਤਾਂ ਅੰਦਰ ਵੇਣਾ ਬਸ। ਤਾਂ ਮਹਾਰਾਜ ਨੇ ਪੰਕਤੀ ਲਿਖੀ ਵੀ ਰਾਮ ਰਾਮ ਕਰਤਾ ਸਭ, ਨਿਤਨੇਮ ਸਾਰੇ ਕਰਦੇ, ਬਾਣੀ ਸਾਰੇ ਪੜ੍ਹਦੇ, ਮਾਲਾ ਸਾਰੇ ਫੇਰਦੇ, ਪਰ ਪਾਇਆ ਕਿਸੇ ਕਿਸੇ ਨੇ ਹੈ। ਇਸ ਕਰਕੇ ਹਜ਼ੂਰ ਪਾਤਸ਼ਾਹ ਮਹਾਰਾਜ ਦੇ ਬਚਨ ਬੜੇ ਮਿੱਠੇ ਸੀ, ਬਾਬਾ ਅਬ ਨਾ ਬਸੋ ਇਹ ਗਾਓ। ਇਹਦੇ ਅਰਥ ਬਹੁਤ ਗੰਭੀਰ ਨੇ। ਆ ਸਰੀਰ ਨੂੰ ਵੀ ਪਿੰਡ ਆਖਿਆ ਹੈ, ਘਰ ਦੀ ਵੀ ਗੱਲ ਕੀਤੀ ਜਿੱਥੇ ਆਪਾਂ ਰਹਿ ਰਹੇ ਹਾਂ। ਇਹ ਪੰਕਤੀ ਕਹਿੰਦੀ ਹੈ ਕਿ ਮੇਰੇ ਬਾਬਾ ਹੁਣ ਮੈਨੂੰ ਦਿਸਣ ਲੱਗ ਪਿਆ ਵਾ ਕਿ ਮੈਂ ਛੇਤੀ ਮੁੱਕ ਜਾਣਾ। ਬਾਬਾ ਸ਼ਬਦ ਤੇ ਵਿਸ਼ਰਾਮ ਲੱਗਦਾ, ਬਾਬਾ ਅਬ ਨਾ ਬਸੋ ਇਹੋ ਗਾਉ। ਆਪਣੇ ਆਪ ਨਾਲ ਗੱਲਾਂ ਕਰ ਰਹੀ ਰੂਹ ਵੀ ਹੁਣ ਮੈਨੂੰ ਦੀਦਾ ਵੀ ਜਿਸ ਤਰ੍ਹਾਂ ਸਰੀਰ ਮੇਰਾ ਤੇ ਸਮਾਂ ਹੁਣ ਥੋੜਾ ਚਿਰ ਹੀ ਕੱਢਣਾ। ਪਤਾ ਲੱਗ ਜਾਂਦਾ ਬੰਦੇ ਨੂੰ, ਦਿਸਣ ਲੱਗ ਪੈਂਦਾ ਵੀ ਅੱਖਾਂ ਵੀ ਘਟ ਗਈਆਂ, ਕੰਨ ਵੀ ਬੋਲੇ, ਦੰਦ ਵੀ ਡਿੱਗ ਪਏ ਤੇ ਗੋਡੇ ਵੀ ਨਹੀਂ ਤੁਰਦੇ। ਤੇ ਨਾਲ ਫੋਨ ਆ ਗਿਆ ਵੀ ਫਲਾਣਾ ਵੀ ਭੋਗ ਪੈ ਗਿਆ, ਵੀ ਨਾਲ ਦੇ ਤੁਰੇ ਜਾਂਦੇ ਆ ਨਾ। ਤੇ ਬਾਣੀ ਕਹਿੰਦੀ ਇੱਕ ਸੱਜਣ ਚੱਲੇ, ਇੱਕ ਅੱਜ ਫੋਨ ਆਇਆ ਉਹ ਵੀ ਚਲੇ ਗਿਆ। ਉਦੋਂ ਝਟਕਾ ਲੱਗਾ ਤੇ ਸ਼ਬਦ ਆਏ, ਬਾਬਾ ਅਬ ਨਾ ਬਸੋ ਇਹ ਗਾਉ। ਹੁਣ ਮੈਨੂੰ ਦੀਦਾ ਵੀ ਇਸ ਪਿੰਡ 'ਚ ਮੈਂ ਬਹੁਤਾ ਚਿਰ ਨਹੀਂ ਰਹਿਣਾ। ਆਹ ਪਿੰਡ ਹੈ ਇੱਕ, ਇਹਨੂੰ 9 ਦਰਵਾਜ਼ੇ ਲੱਗੇ, ਅੱਖਾਂ ਨੱਕ ਮੁੱਖ ਕੰਨ ਹੱਥ ਪੈਰ, ਇਹ ਦਰਵਾਜ਼ੇ ਆ ਇਸ ਪਿੰਡ ਦੇ। ਤੋ ਮਹਾਰਾਜ ਅਗਲੀ ਪੰਕਤੀ 'ਚ ਕਹਿੰਦੇ ਵੀ ਹਾਂ ਇਹ ਤੇ ਪਤਾ ਲੱਗ ਗਿਆ ਵੀ ਹੁਣ ਥੋੜਾ ਚਿਰ ਹੀ ਰਹਿਣਾ ਇਸ ਪਿੰਡ ਦੇ ਵਿੱਚ। ਅਗਲੀ ਪੰਕਤੀ 'ਚ ਕਹਿੰਦੇ ਘਰੀ ਘਰੀ ਕਾ ਲੇਖਾ ਮੰਗੈ। ਕਹਿੰਦੇ ਮੈਂ ਵੀ ਸੁਣਿਆ ਤੇਰੀ ਬਾਣੀ 'ਚੋਂ ਵੀ ਉੱਥੇ ਘੜੀ ਘੜੀ ਦਾ ਲੇਖਾ ਵੀ ਹੁੰਦਾ। ਤੇ ਮਹਾਰਾਜ ਮੈਂ ਤੇ ਕੰਮ ਹੀ ਚੱਜ ਦਾ ਕੋਈ ਕੀਤਾ, ਮੈਂ ਤਾਂ ਕਦੇ ਨਹੀਂ। ਇੱਕ ਫਕੀਰ ਦੀ ਸਾਖੀ ਹੈ, ਉਹਨੂੰ ਰਾਜੇ ਨੇ ਪਕੜ ਲਿਆ ਤੇ ਫਾਂਸੀ ਦੀ ਸਜ਼ਾ ਸੁਣਾਤੀ। ਗੁਨਾਹ ਕੋਈ ਨਹੀਂ ਕੀਤਾ ਸੁਰਤ ਵਿੱਚ। ਤੇ ਜਦੋਂ ਦਿਨ ਮੁਕਰਰ ਹੋਇਆ, ਜਦੋਂ ਫਾਂਸੀ ਦੇਣ ਲੱਗੇ ਨਾ, ਤੇ ਰਾਜਾ ਕਹਿਣ ਲੱਗਾ ਵੀ ਤੇਰੀ ਇੱਛਾ ਹੈਗੀ ਕੋਈ? ਕਹਿੰਦੇ ਵੀ ਮੈਨੂੰ ਅੱਧਾ ਪੌਣਾ ਘੰਟਾ ਦੇ ਦਿਓ, ਮੇਰੀਆਂ ਹੱਥ ਖੜੀਆਂ ਖੋਲ ਕੇ, ਮੈਂ ਥੋੜਾ ਜਿਹਾ ਜਾਪ ਕਰਨਾ ਕੋਈ। ਜਿੱਦਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਦਾ ਬਲੀਦਾਨ ਦੇਣ ਤੋਂ ਪਹਿਲਾਂ ਉੱਥੇ ਚਾਂਦਨੀ ਚੌਂਕ 'ਚ ਮਹਾਰਾਜ ਨੇ ਖੂਹ ਤੇ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ। ਉਹ ਫਕੀਰ ਕਹਿੰਦਾ ਮੈਨੂੰ 1 ਘੰਟੇ ਦਾ ਸਮਾਂ ਦੇ ਦਿਓ, ਫਾਂਸੀ ਤੋਂ ਪਹਿਲਾਂ ਮੈਂ ਰੱਬ ਰੱਬ ਕਰ ਲਾਂ। ਜਦੋਂ ਫਕੀਰ ਆਪਣੀ ਸੁਰਤ ਜੋੜ ਕੇ ਨਾ ਅੱਲਾ ਦੇ ਨਾਲ ਜੁੜ ਗਿਆ, ਅੱਲਾ ਸਾਹਮਣੇ ਨਜ਼ਰ ਆਇਆ, ਤੇ ਫਕੀਰ ਨੇ ਪਹਿਲਾ ਵਚਨ ਇਹ ਕੀਤਾ, ਕਹਿੰਦੇ ਖੁਦਾ ਇਨਸਾਫ ਕਰ। ਖੁਦਾ, ਕਈ ਵਾਰੀ ਆਪਾਂ ਵੀ ਘਰ 'ਚ ਕੋਈ ਗੱਲ ਹੋਵੇ ਤੇ ਆਪਾਂ ਕਹਿੰਦਾ ਮਹਾਰਾਜ ਤੇਰੇ ਘਰ ਨਿਆਂ ਹੈ, ਨਿਆਂ ਕਰੀ। ਜੇ ਨਿਆਂ ਉਹਨੇ ਕਰਤਾ ਆਪਾਂ ਮਾਰੇ ਜਾਣਾ। ਧਿਆਨ ਨਾਲ ਸੁਣ ਲਿਓ। ਉਹ ਫਕੀਰ ਕਹਿੰਦਾ ਖੁਦਾ ਇਨਸਾਫ ਕਰ, ਮੈਂ ਗੁਨਾਹ ਕੋਈ ਨਹੀਂ ਕੀਤਾ ਤੇ ਕਤਲ ਕਿਸੇ ਨੇ ਕੀਤਾ ਹੈ ਤੇ ਸਜ਼ਾ ਮੈਨੂੰ ਆਉਣ ਲੱਗੀ ਹੈ, ਪਰ ਤੂੰ ਮੇਰੇ ਨਾਲ ਸਾਹਮਣੀ ਮੁਲਾਕਾਤ ਹੈ, ਇਨਸਾਫ ਕਰ ਇਨਸਾਫ ਕਰ ਇਨਸਾਫ ਕਰ। ਖੁਦਾ ਕਹਿੰਦਾ ਬੇਟਾ ਤੂੰ 4 ਸਾਲ ਦਾ ਸੈਂ, ਤੇਰੇ ਹੱਥੋਂ ਇੱਕ ਮਾਸੂਮ ਟਿੱਡੇ ਦਾ ਕਤਲ ਹੋਇਆ, ਉਹਦੀ ਫਾਂਸੀ ਤੈਨੂੰ ਹੋਣੀ, ਤੂੰ ਸੂਲੀ ਮਾਰ ਮਾਰ ਕੇ ਉਹਨੂੰ ਮਾਰਿਆ ਏ, ਉਹਦਾ ਸਿਰ ਫੇਂ ਦਿੱਤਾ ਸੀ, ਤੂੰ ਨਿੱਕੇ ਹੁੰਦੇ ਨੇ ਬੱਚਾ ਸੀ।
ਪਰ ਉਹ ਕਹਿੰਦਾ, ਅੱਗੋਂ ਫਕੀਰ ਕਹਿੰਦਾ, ਮੈਂ ਵੀ ਸੁਣਿਆ ਤੇਰੀ ਮੁਹੱਬਤ ਦੀ ਕਿਤਾਬ ਦੇ ਵਿੱਚ ਲਿਖਿਆ ਏ ਕਿ ਜਾਣੇ ਅਣਜਾਣੇ 'ਚ ਹੋਈ ਗਲਤੀ ਤੂੰ ਮਾਫ ਕਰ ਦਿੰਦਾ ਹੈ। ਉਹ ਕਹਿੰਦਾ ਹਾਂ, ਪਰ ਤੂੰ ਹੁਣ ਚਾਹੁੰਦਾ ਕੀ ਇਹ ਦੱਸ। ਉਹ ਫੇਰ ਕਹਿੰਦਾ, ਇਨਸਾਫ ਕਰ, ਇਨਸਾਫ ਕਰ, ਇਨਸਾਫ ਕਰ। ਉਹ ਕਹਿਣ ਲੱਗਾ, ਫਿਰ ਗਲਤੀ ਕਰਦਾ ਏ? ਕਹਿੰਦਾ ਨਹੀਂ ਨਹੀਂ, ਮੈਨੂੰ ਇਨਸਾਫ ਚਾਹੀਦਾ। ਕਹਿੰਦਾ ਅਜੇ ਵੀ ਸੋਚ ਲਾ, ਮੌਕਾ ਹੀ ਮੈਂ ਕਰ ਦੇਣਾ ਹੀ, ਮੁੜ ਕੇ ਨਾ ਆਖੀ। ਉਹ ਕਹਿਣ ਲੱਗਾ, ਨਹੀਂ ਨਹੀਂ, ਬਸ ਮੈਂ ਇੱਕੋ ਚੀਜ਼ ਤੈਨੂੰ ਪੁੱਛਦਾ ਵੀ ਤੇਰੇ ਘਰ ਹੈਗਾ ਕਿ ਨਹੀਂ ਹੈਗਾ? ਮੇਰੇ ਨਾਲ ਅੱਜ ਇਨਸਾਫ ਹੋਣਾ ਚਾਹੀਦਾ ਏ। ਇੰਨੇ ਚਿਰ ਨੂੰ ਸਮਾਂ ਖਤਮ ਹੋ ਗਿਆ ਤੇ ਜਲਾਦਾਂ ਨੇ ਪਕੜ ਕੇ ਉਹਨੂੰ ਪਾ ਕੇ ਗਲ 'ਚ ਰਸਤਾ ਤੇ ਫਾਂਸੀ ਦੇ ਦਿੱਤੀ। ਜਦੋਂ ਉਹਦੀ ਜ਼ੁਬਾਨ ਬਾਹਰ ਆਈ, ਦਮ ਟੁੱਟ ਗਿਆ ਤੇ ਉਹਦੀ ਰੂਹ ਤਾਂ ਜਾਣੀ ਸੀ ਖੁਦਾ ਦੇ ਘਰ, ਕਿਉਂਕਿ ਉਹ ਬੰਦਗੀ ਵਾਲਾ ਭਾਗ ਸੀ। ਅੰਤ ਸਮੇਂ ਨਾਰਾਇਣ ਸਿਮਰੈ, ਗੁਰੂ ਗ੍ਰੰਥ ਸਾਹਿਬ ਜੀ, ਅੰਤ ਸਮੇਂ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਿਲੋਚਣ ਤੇ ਨਰ ਮੁਕਤਾ, ਪੀਤੰਬਰ ਵਾਕੈ। ਕਹਿੰਦੇ ਜਿਹੜਾ ਅੰਤ ਸਮੇਂ ਵਾਹਿਗੁਰੂ ਯਾਦ ਕਰਦਾ ਉਹਨੂੰ ਮਹਾਰਾਜ ਲੈਣ ਆਉਂਦੇ ਆਪ। ਤੋ ਕਹਿੰਦੇ ਉਸ ਵੇਲੇ ਜਦੋਂ ਅੱਲਾ ਦੀ ਬਾਰਗਾਹ 'ਚ ਪਹੁੰਚਾ ਨਾ, ਫਾਹ ਦੇਤਾ, ਮਰ ਗਿਆ। ਸੰਤ ਮੂਏ ਕਿਆ, ਉੱਚੀ ਬੋਲੋ ਜੀ, ਸੰਤ ਮੂਏ ਜੋ ਆਪਣੇ ਘਰ ਗਿਆ ਤੇ ਅੱਗੇ ਖੁਦਾ ਬੈਠਾ, ਖੁਦਾ ਦੇ ਘਰ 'ਚ ਜਗ੍ਹਾ ਮਿਲਣੀ ਸੀ। ਫਕੀਰ ਜਾ ਕੇ ਕਹਿੰਦਾ, ਖੁਦਾ ਚੰਗੀ ਨਹੀਂ ਕੀਤੀ, ਮੈਂ ਸਾਰੀ ਜ਼ਿੰਦਗੀ ਤੇਰੀਆਂ ਨਮਾਜ਼ਾਂ ਪੜ੍ਹੀਆਂ, ਤੇਰੀਆਂ ਕਥਾ ਸੁਣਾਈਆਂ ਸੰਗਤਾਂ ਨੂੰ, ਪਰ ਇਹ ਜ਼ਰੂਰ ਦੁਨੀਆ 'ਚ ਤੈਨੂੰ ਲੋਕੀ ਕਹਿੰਦੇ ਆ ਵੀ ਉਹਦੇ ਘਰ ਨਿਆਂ ਏ, ਪਰ ਤੂੰ ਮੇਰੇ ਨਾਲ ਨਿਆਂ ਨਹੀਂ ਕੀਤਾ। ਖੁਦਾ ਹੱਸ ਪਿਆ, ਕਹਿਣ ਲੱਗਾ, ਹੁਣ ਵੀ ਤੂੰ ਮੇਰੇ ਕੋਲ ਆ ਗਿਆ, ਪਰ ਤੂੰ ਮੌਕਾ ਕਿੱਥੇ ਦਿੱਤਾ? ਮੈਂ ਤੈਨੂੰ ਵਾਰ-ਵਾਰ ਕਹਿੰਦਾ ਰਿਹਾ ਵੀ ਸ਼ਬਦ ਚੇਂਜ ਕਰ ਲਾ, ਅਜੇ ਵੀ ਟਾਈਮ ਹੈ। ਤੂੰ ਇੱਕੋ ਹੀ ਰੱਟ ਲਾਈ ਸੀ, ਇਨਸਾਫ ਕਰ, ਇਨਸਾਫ ਕਰ, ਇਨਸਾਫ ਕਰ। ਕਿਤੇ ਇਹ ਸ਼ਬਦ ਨੂੰ ਥੋੜਾ ਜਿਹਾ ਚੇਂਜ ਕਰ ਦਿੰਦਾ ਨਾ ਕਿ ਮਾਫ ਕਰ, ਮਾਫ ਕਰ, ਮਾਫ ਕਰ, ਤੇ ਹੋ ਸਕਦਾ ਤੂੰ ਬਚ ਜਾਂਦਾ। ਆਪਾਂ ਵੀ ਇਹੋ ਕਹੀਦਾ ਨਾ, ਮਰਗ ਤੇ ਲੇਖੈ ਕਤੈ ਨਾ ਛੂਟੀਐ, ਬਖਸ਼ਣਹਾਰ। ਕਹਿਣ ਲੱਗਾ, ਮੈਂ ਚਾਹੁੰਦਾ ਸੀ ਤੇਰੇ ਮੁਖ 'ਚੋਂ ਇੱਕ ਵਾਰੀ ਨਿਕਲੇ, ਮਾਫ ਕਰ, ਮਾਫ ਕਰ, ਮਾਫ ਕਰ, ਮੈਂ ਤੈਨੂੰ ਮਾਫ ਕਰ ਦਿੰਦਾ, ਪਰ ਤੂੰ ਮੂੰਹ ਤੋਂ ਕਹਿੰਦਾ ਰਿਹਾ ਇਨਸਾਫ ਕਰ, ਇਨਸਾਫ ਕਰ। ਕਈ ਵਾਰੀ ਆਪਾਂ ਵੀ ਸ਼ਬਦ ਕਹਿੰਦੇ, ਰੱਬਾ ਤੇਰੇ ਘਰ ਨਿਆਂ ਤੇ ਨਿਆਂ ਕਰੀ, ਤੇ ਜਦੋਂ ਉਹਨੇ ਨਿਆਂ ਕੀਤਾ ਉਹ 'ਚ ਆਪਾਂ ਫਸ ਜਾਣਾ। ਔਰ ਉਹ ਕਹਿੰਦੇ, ਮੈਂ ਕੀ ਕਰਦਾ? ਤੂੰ ਆਪ ਕਹਿ ਰਿਹਾ ਸੀ ਇਨਸਾਫ ਕਰ, ਇਨਸਾਫ ਕਰ। ਫਿਰ ਮੈਂ ਇਨਸਾਫ ਕਰਤਾ, ਕਿਉਂਕਿ ਤੇਰੇ ਹੱਥੋਂ ਕਤਲ ਹੋਇਆ ਸੀ ਤੇ ਕਤਲ ਦਾ ਕਤਲ ਪੈ ਗਿਆ। ਕਿਉਂਕਿ ਉਹ ਭਾਵੇਂ ਨਿੱਕਾ ਜਿਹਾ ਟਿੱਡਾ ਸੂਈਆਂ ਮਾਰ ਮਾਰ ਤੂੰ ਮਾਰਿਆ, ਉਹ ਵੀ ਮੇਰਾ ਜੀ ਹੈ ਤੇ ਤੂੰ ਵੀ। ਤੇ ਬਾਬਾ ਨਾਨਕ ਕੀ ਕਹਿੰਦਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਜਪਜੀ ਸਾਹਿਬ ਦੀ ਪੌੜੀ ਹੈ। ਮਹਾਰਾਜ ਕਹਿੰਦੇ, ਭਲਿਆ ਇਸ ਕਰਕੇ ਆਪਾਂ ਅੱਜ ਇਹ ਸਿੱਖਿਆ ਮਿਲ ਗਈ ਅੱਜ ਦੀ ਕਥਾ 'ਚ, ਵੀ ਜਦੋਂ ਵੀ ਆਪਾਂ ਧਰਤੀ ਤੋਂ ਜਾਣਾ, ਕਿਤੇ ਨਾ ਕਿਤੇ ਸੰਗਤ ਜੀ ਰੂਹ ਦਾ ਮੇਲ ਹੋਏ ਨਾ, ਆਹ ਕਥਾ ਨਾ ਭੁੱਲਿਓ, ਮਰ ਕੇ ਵੀ ਨਾ ਭੁੱਲਿਓ। ਜਦੋਂ ਕਿਤੇ ਰੱਬ ਜੀ ਪੁੱਛਣ, ਜਮ ਪੁੱਛਣ ਵੀ ਤੂੰ ਕੀ ਚਾਹਣਾ ਏ, ਤੇ ਇਨਸਾਫ ਨਾ ਮੰਗਿਓ, ਮਾਫੀ ਮੰਗ ਲਿਓ। ਬਸ ਲਫ਼ਜ਼ ਉਨੇ ਹੀ ਹੈ। ਸੌਰੀ ਸ਼ਬਦ ਜਿਹੜਾ ਕਿੰਨਾ ਕੁ ਵੱਡਾ, ਕਿਤੇ ਐਸ ਅੱਗੇ ਪੰਜਾਬੀ 'ਚ ਆ ਜਾਓ ਤੁਸੀਂ, ਮਾਫੀ ਮੰਗ ਲਓ। ਕਿਉਂਕਿ ਮਾਫੀ ਪੰਜਾਬੀ ਥੋੜ੍ਹੀ ਜਿਹੀ ਵੱਡੀ ਹੋ ਜਾਂਦੀ ਲੈਂਗੁਏਜ, ਇੰਗਲਿਸ਼ ਛੋਟੀ ਹੈ।
ਔਰ ਗੋਰਿਆਂ ਕੋ ਕਿੰਨਾ ਵੱਡਾ ਅੰਦਰ ਦਾ ਟਿਕਾਏ ਵੀ ਉਹ ਨਿੱਕੀ ਜੀ ਗਲਤੀ ਹੋਵੇ ਕਹਿਣਗੇ ਸੌਰੀ। ਔਰ ਇੱਕ ਛੋਟਾ ਜਿਹਾ ਸੌਰੀ ਸ਼ਬਦ ਬੰਦੇ ਦੀ ਜ਼ਿੰਦਗੀ ਸਵਾਰ ਦਿੰਦਾ। ਕਈ ਬੰਦੇ ਨਿੱਕੀ ਜੀ ਸੌਰੀ ਕਹਿਣ ਦੀ ਬਜਾਏ ਆਪਣੇ ਘਰ ਬਰਬਾਦ ਕਰ ਲੈਂਦੇ। ਮੰਨ ਲਓ ਪਤਨੀ ਤੋਂ ਗਲਤੀ ਹੋ ਗਈ, ਕਵੇ ਜੀ ਸੌਰੀ। ਪਤੀ ਤੋਂ ਹੋ ਗਈ ਵੀ ਸੌਰੀ। ਇੱਕ ਸੈਕਿੰਡ ਲੱਗਦਾ ਜੀ ਰਿਸ਼ਤੇ ਬਚਾਉਣੇ, ਉਹੋ ਹੀ ਸੌਰੀ ਕਿਤੇ ਗਾਲ 'ਚ ਬਦਲ ਜੇ ਤੇ ਕਚਹਿਰੀਆਂ 'ਚ ਜ਼ਿੰਦਗੀਆਂ ਲੰਘ ਜਾਂਦੀਆਂ, ਤਬਾਹੀਆਂ ਹੋ ਜਾਂਦੀਆਂ। ਮੁੜ ਕੇ ਹੱਥ ਕੁਛ ਨਹੀਂ ਆਉਂਦਾ, ਬੱਚਿਆਂ ਦਾ ਭਵਿੱਖ ਰੁਲ ਜਾਂਦਾ, ਆਪਣੀਆਂ ਜ਼ਿੰਦਗੀਆਂ ਕਈਆਂ ਦੀਆਂ ਰੁਲ ਗਈਆਂ। ਰੋਂਦੇ ਵਿਚਾਰੇ, ਨਾ ਤਰੀਕ ਕਿਸੇ ਬੰਨੇ ਲੱਗੀ ਤੇ ਨਾ ਕੇਸ ਲੱਗੇ। ਇਦੋਂ ਚੰਗਾ ਪਹਿਲਾਂ ਹੀ ਨਿੱਕਾ ਜਿਹਾ ਸ਼ਬਦ ਆਪਣੀ ਬੁੱਕਲ 'ਚ ਹੀ ਰੱਖੋ। ਸੁਖਮਨੀ ਸਾਹਿਬ 'ਚ ਮਾਰੇ ਕਹਿੰਦੇ ਆਪ ਸਕੋ ਜੋ ਜਾਣੈ ਸੋ ਗਣੀਐ, ਜਾ ਕਾ ਮਨ ਹੋਏ ਸਗਲ ਕੀ ਰੀਨਾ। ਇਹਦੇ ਅਰਥ ਹੈ ਪੈਸਾ ਹਰਖ ਤੈਸਾ ਉਸ, ਸਦਾ ਆਨੰਦ ਤੈ, ਸਦਾ ਆਨੰਦ ਤੈ। ਪਰ ਇੱਕ ਦੂਜੇ ਲਈ ਇੱਦਾਂ ਵੇਂਦੇ ਵੀ ਕਿਤੇ ਮਰ ਜੇ ਨਾ ਇਹ, ਕੱਲ ਨੂੰ ਸੁਖਮਨੀ ਸਾਹਿਬ 'ਚ ਨਾ ਹੀ ਆਵੇ, ਮੈਂ ਇਹਦੀ ਸ਼ੀਟ ਤੇ ਪਵਾਂ। ਕੀ ਫਾਇਦਾ ਪੜ੍ਹਨ ਦਾ? ਬਾਣੀ ਦੇ ਅਰਥ ਜ਼ਰੂਰ ਸਮਝਣੇ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਦੀ ਕਥਾ ਹੈ। ਧੰਨ ਮੇਰੇ ਨਾਨਕ ਜੀ ਰਾਏ ਬੁਲਾਰ ਦੇ ਘਰ ਗਏ ਹੈ। ਰਾਏ ਬੁਲਾਰ ਨੇ ਗਲਵੱਕੜੀ ਪਾਈ ਹੈ। ਨਾਨਕ ਤਾਤ ਕਹੀ ਤਬ ਬਾਤ, ਸੁਨੋ ਕਰ ਸ਼ਾਪ ਹੋਤੀ ਸੁਧ ਨਾਹੀ। ਤੇ ਰਾਏ ਬੁਲਾਰ ਨੇ ਫਿਰ ਇੱਕ ਨੌਕਰ ਭੇਜਿਆ ਹੈ, ਕਹਿੰਦੇ ਜਾਓ ਪਟਵਾਰੀ ਸਾਹਿਬ ਨੂੰ ਬੁਲਾ ਕੇ ਲਿਆਓ। ਜਦੋਂ ਫਿਰ ਮਹਿਤਾ ਕਲਿਆਣ ਦਾਸ ਜੀ ਆਏ ਤੇ ਰਾਏ ਬੁਲਾਰ ਜੀ ਦੇ ਨੇਤਰ ਗਿੱਲੇ ਐ। ਮਹਾਰਾਜ ਦੇ ਵਿਰਾਗ ਦੇ ਵਿੱਚ ਕਹਿਣ ਲੱਗੇ ਪਟਵਾਰੀ ਸਾਹਿਬ ਤੂੰ ਪੱਥਰ ਦੇ ਲੈ, ਤੈਨੂੰ ਪੈਸੇ ਤੋਂ ਬਿਨਾਂ ਕੁਛ ਸੁਝਦਾ ਹੀ ਨਹੀਂ। 24 ਘੰਟੇ ਮਾਇਆ ਮਾਇਆ ਹੀ ਕਰਦਾ ਰਹਿਣਾ, ਕਿਤੇ ਪਿਆਰ ਵੀ ਕਰ ਲਿਆ ਕਰ। ਤੇ ਅੱਗੋਂ ਕੀ ਕਹਿੰਦੇ ਪਟਵਾਰੀ ਸਾਹਿਬ? ਕਹਿੰਦੇ ਰਾਏ ਜੀ ਤੁਹਾਨੂੰ ਪਤਾ ਅੱਜ ਇਹਨੇ ਬੜਾ ਵੱਡਾ ਨੁਕਸਾਨ ਕਰਤਾ। ਬਹੁਤ ਮਹਿੰਗੀ ਸੋਨੇ ਦੀ ਛਾਪ ਤੇ ਇੱਕ ਸੁੰਦਰ ਲੋਟਾ ਪਤਾ ਨਹੀਂ ਕਿਹਨੂੰ ਦੇ ਆਇਆ ਹੈ। ਜਾਨਤ ਨਾਹੇ ਨਾ ਕਾਹੇ ਕਰੀ, ਕੇ ਗੇਰ ਦਈ ਕੇ ਦਈ ਕਿਸ। ਕਹਿਣ ਲੱਗੇ ਹਨ ਕਿ ਪਤਾ ਨਹੀਂ ਕਿਤੇ ਸੁੱਟ ਦਿੱਤੀ ਹੈ ਜਾਂ ਫਿਰ ਕਿਸੇ ਨੂੰ ਲਾ ਕੇ ਫੜਾਏ, ਦੱਸਦੇ ਵੀ ਨਹੀਂ। ਆਖੋ ਸਤਨਾਮ। ਬਾਬਾ ਫਰੀਦ ਸਾਹਿਬ ਕਹਿੰਦੇ ਨਾ ਸਬਰ ਅੰਦਰ ਸਾਬਰੀ ਤਨ ਏਵੈ, ਹੋਣ ਨਜੀਕ ਖੁਦਾਏ ਦੇ ਭੇਤ। ਜਿਹੜੇ ਅਸਲ ਵਿੱਚ ਰੱਬ ਨੂੰ ਪਿਆਰ ਕਰਨ ਲੱਗ ਪੈਂਦੇ ਉਹ ਕਿਸੇ ਨੂੰ ਭੇਤ ਹੀ ਨਹੀਂ ਦਿੰਦੇ। ਆਪਾਂ ਤੇ ਰੌਲਾ ਪਾਉਂਦੇ ਰਹੀਦਾ ਸਾਰਿਆਂ ਕੋ, ਮੈਂ ਇੰਨੇ ਘੰਟੇ ਸੇਵਾ ਕੀਤੀ, ਮੈਂ ਇੰਨੇ ਘੰਟੇ ਚੌਂਕੜਾ ਮਾਰਿਆ। ਉਹ ਜਦੋਂ ਆਪਾਂ ਇੱਦਾਂ ਕਰਦੇ ਉਹ ਸਾਰਾ ਕੁਝ ਗਵਾਚ ਜਾਂਦਾ। ਮਾਰੇ ਕਹਿੰਦੇ ਹਾਂ ਦੱਸੋ ਜ਼ਰੂਰ, ਪਰ ਦੱਸੋ ਉਹਨੂੰ ਜਿਹੜਾ ਅੱਗੇ ਕਦਰ ਵਾਲਾ, ਬੰਦਗੀ ਵਾਲਾ, ਉਹਦੇ ਨਾਲ ਸਾਂਝ ਪਾਇਆ ਕਰੋ। ਸਾਖਤ ਬੰਦੇ ਨੂੰ ਆਪਣਾ ਭੇਦ ਨਹੀਂ ਦੇਣਾ। ਗੁਰਮੁਖਾਂ ਨੂੰ ਮਾਰੇ ਕਹਿੰਦੇ ਮਿਲੈ ਅਸੰਤ ਮਸਤ ਕਰ ਰਹੀ ਹੈ। ਉਹ ਸੰਤ ਮਿਲੇ ਉਹਦੇ ਕੋ ਚੁੱਪ ਕਰੋ, ਸੰਤ ਮਿਲੇ ਕਿਛ ਸੁਣੀਐ ਕਹੀਐ। ਜਦੋਂ ਤੁਹਾਡੇ ਵਰਗਾ ਰੰਗਿਆ ਹੋਵੇ ਉਹਦੇ ਨਾਲ ਸਾਂਝ ਪਾਇਆ ਕਰੋ ਰੱਬ ਦੇ ਪਿਆਰ ਦੀ। ਹਨੂਮਾਨ ਤੇ ਜਾਣਤ ਹਾਂ ਮਨ, ਗੋਸ਼ਟੀ ਨਿਤ ਕੀਰਨ ਕਾਹੀ। ਕੌਣ ਲੱਗੇ ਹਨ ਕਿ ਮੈਂ ਤੇ ਹੈਰਾਨ ਹੈ ਵੀ ਕੰਮ ਕੋਈ ਇਹ ਕਰਦਾ ਨਹੀਂ ਚੱਜਦਾ, ਨਾ ਇਹ ਘਰ 'ਚ ਕੋਈ ਪੈਸਾ ਲੈ ਕੇ ਆਉਂਦਾ, ਤੇ ਯਾਰੀ ਇਹਦੀ ਫਕੀਰਾਂ ਦੇ ਨਾਲ ਹੀ। ਆਖੋ ਸਤਨਾਮ। ਜਿਹੜਾ ਪਾਠ ਕਰਦਾ, ਧਾਰਨਾ ਪੜ੍ਹਦਾ, ਬਾਣੀ ਪੜ੍ਹਦਾ, ਮੰਤਰ ਪੜ੍ਹਦਾ, ਉਹਦੇ ਕੋਲ ਬਹਿੰਦਾ ਹੀ ਜਾ ਕੇ। ਆਖੋ ਸਤਨਾਮ। ਸੰਗਤੇ ਤੁਸੀਂ ਵੀ ਧੰਨ ਹੋ, ਤੁਹਾਡੇ ਕੋਈ ਕਰਮ ਜਾਗੇ। ਮਹਾਰਾਜ ਦੀ ਕਥਾ ਨਹੀਂ ਤੇ ਕਲਯੁਗ ਦਾ ਸਮਾਂ ਹੈ ਭਿਆਨਕ। ਇਹਦੇ ਵਿੱਚ ਕੌਣ ਬਹਿੰਦਾ ਗੁਰੂ ਕੋਲ? ਭਾਵੇਂ ਵਿਹਲੇ ਘਰਾਂ 'ਚ ਕਹਿੰਦੇ ਟਾਈਮ ਹੀ ਨਹੀਂ, ਵਿਹਲੇ ਬੀਜੀ ਹੋਏ, ਪਰ ਗੁਰੂ ਸਾਹਿਬ ਦੇ ਕੋਲ ਬਹਿਣਾ ਗੁਰੂ ਮਹਾਰਾਜ ਜੀ ਦਾ ਵੱਡਾ ਤਰਸ ਹੈ, ਗੁਰੂ ਸਾਹਿਬ ਦੀ ਖਿੱਚ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ ਸੀ ਸਿੱਖ ਨੇ, ਮਹਾਰਾਜ ਤੁਸੀਂ ਖੁਸ਼ ਕਦੋਂ ਨੇ ਸਿੱਖ ਤੇ? ਮਹਾਰਾਜ ਕਹਿੰਦੇ ਜਦੋਂ ਤੁਹਾਨੂੰ ਕੋਈ ਬਾਣੀ ਬਾਣੇ ਵਾਲਾ ਸਿੱਖ ਮਿਲ ਪਏ ਨਾ ਸਾਰੇ ਦਿਨ 'ਚ, ਸਮਝ ਲਓ ਮੈਂ ਤੁਹਾਡੇ ਤੇ, ਉੱਚੀ ਬੋਲੋ, ਖੁਸ਼ ਹਾਂ। ਕਹਿੰਦੇ ਮਹਾਰਾਜ ਥੋੜ੍ਹੀ ਜਿਹੀ ਵੱਧ ਖੁਸ਼ੀ ਹੋਵੇ। ਮਹਾਰਾਜ ਕਹਿੰਦੇ 2 ਸਿੱਖ ਮਿਲ ਪੈਣ। ਕਹਿੰਦੇ ਮਹਾਰਾਜ ਉਦੋਂ ਵੱਧ ਹੋਵੇ। ਮਹਾਰਾਜ ਕਹਿੰਦੇ 5 ਸਿੱਖ। ਇੱਕ ਕਹਿੰਦਾ ਮਹਾਰਾਜ ਜੇ ਸਾਰੀ ਖੁਸ਼ੀ ਹੋਵੇ। ਮਹਾਰਾਜ ਕਹਿੰਦੇ ਫਿਰ ਸੰਗਤ ਦੇ ਵਿੱਚ ਥਾਂ ਮਿਲ ਜਾਂਦੀ ਹੈ। ਜਿੱਥੇ ਸੰਗਤ ਬੈਠੀ ਹੋਵੇ ਨਾ ਉੱਥੇ ਜਾ ਕੇ ਤੂੰ ਵੀ ਬਹਿ ਜਾਏਗਾ।
ਜੇ ਗੁਰੂ ਪੂਰਾ ਸਮਰੱਥ ਹੋਵੇ, ਕਿਉਂਕਿ ਹਉ ਕੁਰਬਾਨ ਜਾਈ ਤੇਰੇ ਜਿਸ ਨੂੰ ਸੋ ਜਸ। ਤੇਰਾ ਗਾ ਇਹ ਨਿਸ਼ਾਨੀ ਹੈ ਵੀ ਜਿਨ੍ਹਾਂ ਦੇ ਉੱਤੇ ਗੁਰੂ ਦੀ ਬਖਸ਼ਿਸ਼ ਉਹੋ ਹੀ ਉਹਦਾ ਨਾਂ ਲੈ ਸਕਦੇ, ਦੂਜਾ ਤੇ ਵਾਹਿਗੁਰੂ ਨਹੀਂ ਕਹਿ ਸਕਦਾ। ਬਿਨਾਂ ਭਾਗਾਂ ਤੋਂ ਨਹੀਂ। ਜਪਜੀ ਸਾਹਿਬ ਪੜ੍ਹਦੇ ਆ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ। ਇਹ ਸ਼ੁਕਰ ਕਰੋ ਵੀ ਮਹਾਰਾਜ ਦਾ ਹੁਕਮ ਆਪਣੇ ਤੇ ਬਖਸ਼ਿਸ਼ ਹੋਈ ਹੈ। 2-2 3-3 ਟਾਈਮ ਮਹਾਰਾਜ ਦੇ ਘਰ 'ਚ ਆ ਕੇ ਬਹਿੰਦੇ, ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਨਹੀਂ ਹੈ। 20-20 ਸਾਲ ਹੋ ਗਏ ਗੁਰਦੁਆਰੇ ਦਾ ਮੂੰਹ ਹੀ ਨਹੀਂ ਵੇਖਿਆ। ਵਿਦੇਸ਼ਾਂ ਦੇ ਵਿੱਚ ਬਹੁਤ ਇੱਦਾਂ ਦੇ ਜਿਨ੍ਹਾਂ 70-70 ਸਾਲ ਹੋ ਗਏ ਕਦੇ ਸੰਗਰਾਂਦ 'ਤੇ ਵੀ ਗੁਰੂ ਘਰ ਨਹੀਂ ਗਏ। ਉਹਨਾਂ ਨੂੰ ਮਹਾਰਾਜ ਨੇ ਲਿਖਿਆ, ਇੱਕ ਹੁਕਮੀ ਸਦਾ ਭਵਾਈਐ। ਭਵਾਈਏ ਦਾ ਅਰਥ ਹੈ ਵੀ ਸਾਰੀ ਜ਼ਿੰਦਗੀ ਧੱਕੇ ਖਾ ਕੇ ਲੰਘ ਗਈ। ਕਮਾਈ ਕਰਦੇ ਕਰਦੇ ਜ਼ਿੰਦਗੀ ਨਿਗਾਲੀ, ਤੇ ਜਦੋਂ ਕਮਾਈ ਕੀਤੀ ਉਹ ਤੇ ਮਗਰੋਂ ਦੂਜਿਆਂ ਨੇ ਸਾਂਭ ਲੈਣੀ, ਤੈਨੂੰ ਤੇ ਅੱਗ ਨੇ ਸਾਂਭਣਾ ਬਸ। 2.5 ਕੁਇੰਟਲ ਨੇ। ਪਰ ਭਗਤ ਰਵਿਦਾਸ ਜੀ ਨੂੰ ਪੜ੍ਹੀ ਪ੍ਰਾਣੀ, ਕਿਆ ਮੇਰਾ ਜੈਸੇ ਤਰਵਰ ਰਾਖੋ ਕੰਧ। ਬੋਲੋ ਜੀ ਬਾਣੀ, ਰਾਖੋ ਕੰਧ। ਮੇਰੇ ਪਿੱਛੇ ਬੋਲ ਦਿਆ ਕਰੋ, ਰਾਖੋ ਕੰਧ ਉਹ ਸਾਰੋ ਨੀਵਾ। ਕਹਿੰਦੇ ਰੱਖ ਲਾ ਨੀਆਂ, ਡੂੰਘੇ ਪੁੱਟ ਪੁੱਟ ਕੇ ਸੱਦ ਕੇ ਮਿਸਤਰੀ। ਅਗਲੀ ਪੰਕਤੀ 'ਚ ਕਹਿੰਦੇ, ਪਹਿਲੋਂ ਕਹਿੰਦੇ ਰਾਖੋ ਕੰਧ ਉਸਾਰੋ, ਤੇ ਫਿਰ ਕਹਿੰਦੇ ਕੋਠੀ ਪਾਉਣ ਵਾਲਿਆ ਬਾਣੀ ਸੁਣਦਾ ਹੁੰਦਾ? ਕਹਿੰਦੇ ਨਹੀਂ। ਕਹਿੰਦੇ ਫਿਰ ਸੁਣਿਆ ਕਰ। ਕਹਿੰਦੇ ਉਹ 'ਚ ਕੀ ਲਿਖਿਆ? ਕਹਿੰਦੇ 3.5 ਹੱਥ ਤੇਰੀ ਸੀਮਾ। ਤੂੰ ਬਣਾਉਂਦੇ ਰਹਿ ਜਾਣਾ, ਟੈਲਾਂ ਟੁੱਲਾਂ ਪਸੰਦ ਕਰਦੇ ਰਹਿ ਜਾਣਾ, ਬੂਹੇ ਬਾਰੀਆਂ, ਉਹਨੇ ਚਿਰ ਨੂੰ ਤੇਰਾ ਟਾਈਮ ਹੋ ਜਾਣਾ। ਤੈਨੂੰ ਆ ਪਿੰਡ ਦੇ ਬਾਹਰ ਉਹ ਜਗ੍ਹਾ ਮਿਲਣੀ ਆ ਬਸ ਘਣੀ ਤੇ 3:45, ਜਿੱਥੇ ਤੈਨੂੰ ਲੰਮੇ ਪਾ ਕੇ ਤੇਰਾ ਪ੍ਰੋਗਰਾਮ ਹੋ ਜਾਣਾ। ਉਹ ਵੀ ਕਿਹੜਾ ਆਪਣੀ ਹੈ, ਕਈ ਵਾਰੀ ਫੁੱਲ ਚੁਗਣੇ ਤੇ ਮਗਰੇ ਇੱਕ ਹੋਰ ਤਿਆਰ ਹੁੰਦਾ, ਉਹ ਮਗਰ ਹੋਰ ਕੋਈ ਸੰਸਕਾਰ। ਅਗਲੇ ਕਹਿੰਦੇ ਪਹਿਲੇ ਛੇਤੀ ਚੁੱਕੋ, ਦੂਜਾ ਲਿਆਉਣਾ, ਉਹ ਵੀ ਨਹੀਂ ਆਪਣੀ। ਪਰ ਬਾਣੀ ਕਹਿੰਦੀ ਰਾਖੋ ਕੰਧ ਉਸਾਰੋ ਨੀਵਾ, 3.5 ਹੱਥ ਤੇਰੀ। ਫਿਰ ਅੱਗੇ ਕਹਿੰਦੇ ਬੰਕੇ ਬਾਲ, ਬੜੇ ਸੋਹਣੇ ਕੇਸ ਤੇਰੇ ਤੇ ਫਵਾ ਕੇ ਰੱਖਦਾ ਹੈ, ਵਿੰਗੇ ਟੇਢੇ ਵਾਹੁੰਦਾ, ਇਹਨਾਂ ਨੂੰ ਕਿਤੇ ਨਾਈ ਤੋਂ ਬਿਊਟੀ ਪਾਰਲਰ ਤੋਂ ਸੈੱਟ ਕਰਾਉਂਦਾ ਹੀ। ਬਾਣੀ ਦਾ ਅਰਥ ਮੈਨੂੰ ਨਾ ਕਹਿ ਦਿਓ ਤਵਾ ਲਾਤਾ। ਫਿਰ ਪੜ੍ਹ ਲਓ ਮਗਰ। ਮਾਰੇ ਕਹਿੰਦੇ ਬੰਕੇ ਬਾਲ, ਬਾਹਰਲੇ ਦੇਸ਼ਾਂ 'ਚ ਬੜੇ ਡਿਜ਼ਾਈਨ ਜੇ ਬਣਾਉਂਦੇ। ਮੈਂ ਉਦੋਂ ਵੀ ਕਿਹਾ ਸੀ ਨਾ, ਆਪਾਂ ਪਰਿਵਾਰ ਰੋਜ਼ ਕਥਾ ਸੁਣਦੇ, ਮੈਂ ਖੁੱਲ੍ਹ ਕੇ ਬੋਲ ਦਿੰਦਾ ਵੀ ਸਾਡਾ ਆਪਣੇ ਪਰਿਵਾਰ ਵਿਆਹ ਸੀ ਤੇ ਉਹ ਭੈਣ ਇੱਕ ਕਰਾ ਕੇ ਲਿਆਈ। ਚਲੋ ਵਿਸ਼ਾ ਨਹੀਂ ਪਰ ਸੱਚ ਹੈ, 4500 ਰੁਪਈਆ ਲਾਇਆ ਉਹਨੇ। ਤੁਹਾਨੂੰ ਜ਼ਿਆਦਾ ਪਤਾ ਮੇਰੇ ਨਾਲੋਂ। ਤੇ 4500 ਮੈਂ ਕਿਹਾ ਵੀ ਭੈਣੇ ਕਿਰਾਇਆ ਕੀ? ਕਹਿੰਦੇ ਵੀਰੇ ਤੈਨੂੰ ਨਹੀਂ ਪਤਾ ਲੱਗਣਾ, ਤੂੰ ਬਾਬਾ ਹੈ। ਤੇ ਮੈਂ ਕਿਹਾ ਵੀ ਉਹ ਤੇਰੇ ਕੇਸ ਜਿਹੜੇ ਰੱਬ ਨੇ ਦਿੱਤੇ, ਤੇ 4500 ਦਾ ਇਹਨੂੰ ਲਾ ਕੀ ਦਿੱਤਾ ਉਹਨਾਂ ਨੇ? ਕਹਿੰਦੇ ਤੁਹਾਨੂੰ ਨਹੀਂ ਪਤਾ, ਤੁਹਾਡੇ ਹੀ ਵੱਸ ਤੋਂ ਬਾਹਰ ਆ। ਤੇ ਮੈਂ ਕਿਹਾ ਪਤਾ ਤੇ ਮੈਨੂੰ ਆਪੇ ਨਹੀਂ, ਵੀ ਮੱਥਾ ਟੇਕਣਾ ਹੋਵੇ ਤੇ 10 ਰੁਪਏ ਪਾਟੇ, ਉੱਥੇ 4500 ਦੇਤਾ। ਪਤਾ ਨਹੀਂ ਨਾ ਕੰਗਾ ਫਿਰ ਕੇ ਸੇਕ ਸੂਕ ਜਿਹਾ ਮਾਰਤਾ। ਫਿਰ ਪੜੋ ਬਾਣੀ, ਗੁਰੂ ਸਾਹਿਬ ਦੀ ਬਾਣੀ ਮੈਂ ਲੈ ਕੇ ਚੱਲਦਾ। ਮਾਰੇ ਕਹਿੰਦੇ ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏਗੋ ਭਸਮ ਕੀ ਢੇਰੀ। ਕਹਿੰਦੇ ਏਡੀ ਕੁ ਢੇਰੀ ਲੱਗ ਜਾਣੀ ਤੇਰੀ। ਕਿੰਨੇ ਟੌਰ ਕੱਢਦਾ ਫਿਰਦਾ ਰਹੀ ਨਾ ਬਾਣੀ। ਤਾਹੀਂ ਤਾਂ ਇੱਕ ਭਾਈ ਸੁਥਰੇ ਦੀ ਸਾਖੀ ਸੀ ਨਾ, ਉਹ ਤਾਂ ਪਿੱਛਾ ਕਰਕੇ ਬੈਠਾ ਬਾਣੀ ਚੱਲਣ ਦੀ। ਇੱਕ ਸਿੱਖ ਜਾ ਕੇ ਕਹਿੰਦਾ ਮਹਾਰਾਜ ਵੇਖੋ ਇਹਦੀ ਕਰਤੂਤ। ਸਾਰੀ ਸੰਗਤ ਲਾਗੇ ਹੋ ਕੇ ਬੈਠੀ ਤੇ ਮਹਾਰਾਜ ਨੂੰ ਪਿੱਛਾ ਕੀਤਾ। ਤੇ ਮਹਾਰਾਜ ਕਹਿੰਦੇ ਲਿਆਓ ਸੱਦ ਕੇ। ਜਦੋਂ ਲਾਗੇ ਲੈ ਕੇ ਆ, ਮਹਾਰਾਜ ਕਹਿੰਦੇ ਪੁੱਤ ਤੂੰ ਸਤਿਕਾਰ ਨਹੀਂ ਕਰਦਾ ਬਾਣੀ ਦਾ? ਅੱਖਾਂ ਭਰ ਕੇ ਰੋ ਪਿਆ। ਕਹਿੰਦੇ ਮਹਾਰਾਜ ਮੇਰੇ ਜਿੰਨਾ ਕੌਣ ਕਰਦਾ? ਕਹਿੰਦੇ ਪਿੱਛਾ ਕਾਹਤੋਂ ਕੀਤਾ ਹੀ? ਕਹਿੰਦੇ ਆ ਸਾਰੇ ਮੂੰਹ ਕਰਕੇ ਬੈਠੇ, ਪਾਗਲ ਹੈ। ਕਹਿੰਦੇ ਨਾ ਨਾ ਮਹਾਰਾਜ, ਤੁਸੀਂ ਵੀ ਧੰਨ, ਤੇਰੇ ਸਿੱਖ ਵੀ ਧੰਨ। ਮਾਰੇ ਕਹਿੰਦੇ ਤੂੰ ਪਿੱਛਾ ਕਿਉਂ ਕੀਤਾ? ਫਿਰ ਕਹਿੰਦਾ ਤੁਸੀਂ ਵੀ ਧੰਨ, ਤੇਰੇ। ਮਾਰੇ ਪੁੱਛਣ ਵੀ ਤੂੰ ਪਿੱਛਾ ਕਿਉਂ ਕੀਤਾ? ਉਹ ਕਹੀ ਜਾਵੇ ਤੁਸੀਂ ਵੀ ਧੰਨ, ਤੇਰੇ ਸਿੱਖ ਵੀ ਧੰਨ। ਮਾਰੇ ਕਹਿੰਦੇ ਜਵਾਬ ਕਿਉਂ ਨਹੀਂ ਸਿੱਧਾ ਦਿੰਦਾ? ਕਹਿੰਦਾ ਮਾਰੇ ਸੱਚੇ ਪਾਤਸ਼ਾਹ ਤੂੰ ਵੀ ਧੰਨ, ਤੇਰੇ ਸਿੱਖ ਵੀ ਧੰਨ। ਕਹਿੰਦੇ ਵੀ ਧੰਨ ਧੰਨ ਕਰੀ ਜੇ ਨਾ, ਗੱਲ ਤੇ ਦੱਸ। ਕਹਿੰਦੇ ਮਹਾਰਾਜ ਇਹ ਧੰਨ ਜੇ ਜਿਹੜੇ ਮੂੰਹ ਕਰਕੇ ਬੈਠੇ ਆ, ਬਾਣੀ ਚਪੇੜਾਂ ਇੰਨੀਆਂ ਮਾਰਦੀ, ਮੇਰੇ ਤੋਂ ਮੂੰਹ ਤੇ ਨਹੀਂ ਖਾਦੀ। ਮੈਂ ਤਾਂ ਪਿੱਠ ਕੀਤੀ ਹੈ। ਤੇ ਕਈ ਗੁੱਸਾ ਕਰਦੇ ਆ, ਕਈ ਹਟ ਗਏ। ਮੈਂ ਕਿਉਂ ਦੇ? ਕਹਿੰਦੇ ਤੁਸੀਂ ਬੇਇੱਜ਼ਤੀ ਕਰਦੇ ਆ। ਮੈਂ ਕਿਹਾ ਮੈਂ ਕਿੱਥੇ ਬੇਇੱਜ਼ਤੀ ਕੀਤੀ ਹੈ? ਜੇ ਤੁਹਾਡਾ ਗੁੱਸਾ ਨਾ ਕਥਾ ਤੋਂ, ਤੇ ਸਿੱਧਾ ਗੁੱਸਾ ਗੁਰੂ ਗ੍ਰੰਥ ਸਾਹਿਬ ਤੇ ਆ, ਕਿਉਂਕਿ ਮੈਂ ਕਦੇ ਪੰਕਤੀ ਤੋਂ ਬਿਨਾਂ ਕਥਾ ਨਹੀਂ ਕੀਤੀ।
ਮੈਂ ਤਾਂ ਤੁਹਾਨੂੰ 4-4 ਵਾਰੀ ਪੰਕਤੀ ਪੜਾਉਣਾ ਵੀ ਕਿਤੇ ਤੁਹਾਡੇ ਮਨ 'ਚ ਇਹ ਨਾ ਰਹਿ ਜੇ ਬਾਹਰ ਦੂਰ ਤੱਕ ਸੰਗਤਾਂ ਘਰੇ ਵੀ ਸੁਣਦੀਆਂ ਕਿ ਇੱਥੋਂ ਨਾਲੋਂ ਜ਼ਿਆਦਾ ਸੰਗਤ ਬਾਹਰ ਸੁਣਦੀ ਹੈ ਔਰ ਪੁੱਛ ਵੀ ਲੈਂਦੇ ਵੀ ਅੱਜ ਆ ਤੁਸੀਂ ਇਦਾਂ ਕੀਤਾ, ਇੱਧਰ ਲਾਈਵ ਵੀ ਸੁਣ ਰਹੇ 100-150 ਜਾਣਾ। ਤੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਨੇ ਇਹ ਵੀ ਕਿਹਾ ਵੀ ਜਿਹੜਾ ਕਥਾ ਕਰਨ ਵਾਲਾ ਕਿਸੇ ਨੂੰ ਲਾ ਕੇ ਕਥਾ ਕਰਦਾ ਨਰਕਾਂ 'ਚ ਜਾਊ। ਸਾਫ ਮਹਾਰਾਜ ਨੇ ਕਿਹਾ ਵੀ ਕੀ ਹੁੰਦਾ ਮੇਰੀ ਕਿਸੇ ਨਾ ਹੋਵੇ ਤੇ ਮੈਂ ਉਹਨੂੰ ਸੁਣਾ ਕੇ। ਮਹਾਰਾਜ ਨੇ ਕਿਹਾ ਜਿਹੜਾ ਤਾਬਿਆਂ 'ਚ ਬਹਿ ਕੇ ਈਰਖਾ 'ਚ ਕਿਸੇ ਪ੍ਰਤੀ ਬੋਲਦਾ ਜਾਣ ਕੇ ਉਹਨੂੰ ਵੀ ਨਰਕਾਂ 'ਚ ਜਾਣਾ ਪੈਣਾ। ਇਸ ਕਰਕੇ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਪਿਆਰੇ ਫਕੀਰਾਂ ਦੇ ਕੋਲ ਬਹਿੰਦੇ ਹੁੰਦੇ ਸੀ ਤੇ ਰਾਏ ਬਲਾਰ ਜੀ ਨੂੰ ਪਟਵਾਰੀ ਸਾਹਿਬ ਕਹਿੰਦੇ ਮੈਂ ਕੀ ਕਰਾਂ ਇਹਦਾ, ਜਿੱਥੇ ਮਾਇਆ ਬਾਨੀ ਜਿੱਥੇ ਪੈਸੇ ਬਾਨੇ ਉੱਥੇ ਤੇ ਜਾਂਦਾ ਨਹੀਂ, ਜਿੱਥੇ ਕੋਈ ਪਾਠ ਕਰਦਾ ਸਤਨਾਮ ਜਪਦਾ ਉੱਥੇ ਜਾ ਕੇ ਬਹਿ ਜਾਂਦਾ ਹੀ। ਤੇ ਮਹਾਰਾਜ ਦੇ ਬਚਨ ਵੀ ਹੋਏ ਸੀ। ਨਾਰਦ ਜੀ ਗਏ ਬ੍ਰਹਮਪੁਰੀ, ਇੰਦਰਪੁਰੀ, ਸ਼ਿਵਪੁਰੀ, ਪਰ ਤਖਤ ਵੇਲਾ ਸੀ ਤੇ ਪ੍ਰਭੂ ਨੂੰ ਕਹਿੰਦੇ ਸਾਈਂ ਅੱਜ ਮੇਰੇ ਅੰਦਰ ਤਲਬ ਪੈਦਾ ਹੋਈ ਨਾਰਾਇਣ ਨਾਰਾਇਣ ਨਾਰਾਇਣ। ਮੈਂ ਤਿੰਨਾਂ ਤਖਤਾਂ ਤੇ ਗਿਆ, ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਪਰ ਤਖਤ ਵੇਲਾ ਸੀ, ਆਪਾਂ ਕਿੱਥੇ ਸੀ? ਮਹਾਰਾਜ ਕਹਿੰਦੇ ਜੇ ਮੈਨੂੰ ਮਿਲਣਾ ਹੋਵੇ ਨਾ ਤੇ ਤਖਤ ਤੇ ਨਾ ਲੱਭੀ, ਕੁਰਸੀ ਤੇ ਨਾ ਲੱਭੀ, ਜਿੱਥੇ ਸੰਗਤਾਂ ਕਥਾ ਕਰਦੀਆਂ ਕੀਰਤਨ ਨਾਮ ਜਪਦੀਆਂ ਮੈਂ ਉਹਨਾਂ ਦੇ ਵਿੱਚ ਹੁੰਦਾ ਹੀ ਆ। ਔਰ ਗੁਰੂ ਗੋਬਿੰਦ ਸਿੰਘ ਬਚਨ ਕਰਕੇ ਗਏ ਸੀ ਜਦੋਂ ਸਿੰਘਾਂ ਨੂੰ ਕਥਾ ਪੜ੍ਹਾਈ ਨਾ, ਅਰਥ ਪੜ੍ਹਾਏ ਦਮਦਮਾ ਸਾਹਿਬ, ਤੇ ਇੱਕ ਸਿੱਖ ਨੇ ਆਖਿਆ ਮਹਾਰਾਜ ਇਹ ਪੋਥੀਆਂ ਲਿਖਾਈ ਜਾਂਦੇ ਇਹਦੇ ਕਥਾ ਦਾ ਕੀ ਭਾਵ ਹੈ? ਮਹਾਰਾਜ ਕਹਿੰਦੇ ਜਦੋਂ ਕਥਾ ਹੋਇਆ ਕਰੂਗੀ ਅਸੀਂ ਸਰਗੁਣ ਸਰੂਪ ਨਹੀਂ ਨਿਰਗੁਣ ਸਰੂਪ ਦੇ ਵਿੱਚ ਸੰਗਤਾਂ ਦੇ ਵਿੱਚ ਹਾਜ਼ਰ ਹੋਇਆ ਕਰਾਂਗੇ। ਬਚਨ ਕਰ ਗਏ ਸੀ ਮਹਾਰਾਜ ਸੱਚੇ ਪਾਤਸ਼ਾਹ। ਜੇ ਤਿਲ ਕੋ ਨਾ ਬਤਾਵਤ ਹੈ ਪਨ ਤੂਸ਼ਨ ਭਾਰਤ ਹੈ ਮੁਖ ਮਾਹੀ। ਕਹਿੰਦੇ ਰਾਏ ਜੀ ਮੈਂ ਕੀ ਕਰਾਂ ਇਸ ਨਕੰਮੇ ਪੁੱਤਰ ਦਾ, ਇਹ ਮੇਰੇ ਘਰ ਦਾ ਨੁਕਸਾਨ ਕਰੀ ਜਾਂਦਾ, ਮੇਰਾ ਘਰ ਝਾੜ ਦੇਣਾ ਤੇ ਨਾ ਕੁਝ ਬੋਲਦਾ ਹੀ ਹੈ। ਮੈਂ ਸਵੇਰ ਦਾ ਪੁੱਛਣ ਦਿਆਂ ਵੀ ਛਾਪ ਕਿੱਥੇ ਆ, ਗੜਵਾ ਕਿੱਥੇ ਹੈ, ਪਰ ਕਹਿੰਦੇ ਅੱਗੋਂ ਹੱਸੀ ਜਾਂਦਾ। ਹੁਣ ਗੁਰੂ ਨਾਨਕ ਸਾਹਿਬ ਖੁਦਾ ਸੀ, ਉਹਨੇ ਹੱਸਣਾ ਹੀ ਸੀ। ਆਪਾਂ ਜੋ ਹੈਗੇ ਰੋਣ ਨੂੰ ਰੋਂਦੇ ਹੀ ਜੰਮੇ ਤੇ ਸਾਰੀ ਜ਼ਿੰਦਗੀ ਰੋਂਦੇ ਹੀ ਰਹਿਣਾ। ਆਪਾਂ ਆਖੋ ਸਤਨਾਮ। ਆਪਣੀ ਸਟੋਰੀ ਬੜੀ ਲੰਮੀ ਹੈ। ਬਾਬਾ ਅਤਰ ਸਿੰਘ ਜੀ ਮਸਤੂਬਾਣੇ ਵਾਲੇ ਮਹਾਂਪੁਰਖਾਂ ਦੇ ਬਚਨ ਕਹਿੰਦੇ ਜਿੱਦਣ ਜੰਮਿਆ ਉਦਣ ਰੋਇਆ, ਫਿਰ ਪੰਘੂੜੇ 'ਚ ਜਿੰਨਾ ਚਿਰ ਪੂਰਾ ਰਾਟ ਨਹੀਂ ਪਾਉਂਦਾ ਉਹਨਾਂ ਚਿਰ ਮਾਂ ਦੁੱਧ ਵੀ ਨਹੀਂ ਦਿੰਦੀ। ਫਿਰ ਸਕੂਲੇ ਜਾਣ ਲੱਗਾ ਬੱਸ 'ਚ ਰੋਂਦਾ ਹੀ, ਫਿਰ ਪੜ੍ਹ ਗਿਆ ਨੌਕਰੀ ਨਹੀਂ ਮਿਲੀ ਵਿਚਾਰਾ ਸੜਕ 'ਤੇ ਰੋਂਦਾ ਹੀ, ਜੇ ਨੌਕਰੀ ਮਿਲ ਗਈ ਤਨਖਾਹ ਨਹੀਂ ਮਿਲਦੀ ਧਰਨੇ ਲਾ ਕੇ ਰੋਂਦਿਆ ਆਖੋ ਸਤਨਾਮ। ਜੇ ਤਨਖਾਹ ਮਿਲ ਗਈ ਤੇ ਹੁਣ ਵਿਆਹ ਕਰਾਉਣਾ ਤੇ ਰਿਸ਼ਤਾ ਨਹੀਂ ਚੱਜਦਾ ਲੱਭਦਾ ਫੇਰ ਰੋਂਦਾ ਹੀ, ਜੇ ਰਿਸ਼ਤਾ ਹੋ ਗਿਆ ਤੇ ਬੱਚਾ ਨਹੀਂ ਹੋ ਰਿਹਾ, 10 ਸਾਲ ਹੋ ਗਏ ਵਿਆਹ ਨੂੰ ਫੇਰ ਰੋਂਦਾ ਹੀ, ਤੇ ਜੇ ਬੱਚਾ ਹੋਇਆ ਤੇ ਉਹਦੇ ਦਿਲ 'ਚ ਫੇਫੜਿਆਂ 'ਚ ਨੁਕਸ ਹੈ ਹਸਪਤਾਲ ਫੇਰ ਰੋਂਦਾ ਹੀ। ਜੇ ਬੱਚਾ ਸਹੀ ਹੈ ਤੇ ਜਵਾਨੀ 'ਚ ਜਾ ਕੇ ਆਪਣੀ ਮਰਜ਼ੀ ਨਾਲ ਬੱਚੇ ਛੱਡ ਗਏ ਫੋਨ ਕਰਨੋਂ ਹੀ ਹਟ ਗਏ ਤੇ ਫੇਰ ਰੋਂਦਾ ਹੀ। ਮਹਾਂਪੁਰਖ ਕਹਿੰਦੇ ਛੱਡ ਖਹਿੜਾ ਤੂੰ ਆਪਾਂ ਰੋਂਦੇ ਹੀ ਜੰਮੇ ਤੇ ਰੋਂਦੇ ਹੀ ਚਲੇ ਜਾਣਾ ਹੈ। ਕਹਿਤੇ ਜੇ ਕਮਾਏ ਕਾ ਆਨਤ ਕੋਵਤ ਨਾ ਵਿਚਾਰ ਕਰਾਹੀ। ਕਹਿਣ ਲੱਗੇ ਇਹ ਕੋਈ ਰੁਪਈਆ ਨਹੀਂ ਘਰ 'ਚ ਕਮਾ ਕੇ ਲਿਆਉਂਦਾ, ਨਾ ਕੋਈ ਇਹਦਾ ਮੈਨੂੰ ਫਾਇਦਾ ਹੈ, ਇਹ ਸਾਰੇ ਪਾਸੇ ਨਾ ਕੋਈ ਪਰਵਾਹ ਹੀ ਕਰਦਾ ਨਾ ਕੋਈ ਜਵਾਬ ਦਿੰਦਾ ਹੈ। ਜੋ ਇਸ ਵੈਸ ਸਮਾਨ ਹੋਤੇ ਘਰ ਘਰ ਸੰਭਾਰ ਲਈ ਸਭ ਤਾਹੀ। ਕਹਿਣ ਲੱਗੇ ਜਿਹੜੇ ਇਹਦੇ ਬਰਾਬਰ ਦੇ ਪੈਦਾ ਹੋਏ ਨਾ ਬੱਚੇ ਤਲਵੰਡੀ 'ਚ, ਸਾਰਿਆਂ ਨੇ ਕਿਸੇ ਨੇ ਕੱਪੜੇ ਦੀ ਦੁਕਾਨ ਪਾਈ, ਕੋਈ ਸੁਨਿਆਰੇ ਦੀ ਦੁਕਾਨ ਪਾ ਗਿਆ, ਕੋਈ ਲੋਹੇ ਦੀ ਦੁਕਾਨ, ਕਿਸੇ ਨੇ ਕੋਈ ਨਾ ਕੋਈ, ਸਾਰਿਆਂ ਦੇ ਬੱਚਿਆਂ ਨੇ ਕੰਮ ਚਲਾ ਲਿਆ, ਪਰ ਇਹ ਨਕੰਮੇ ਦਾ ਕੋਈ ਕੰਮ ਨਹੀਂ ਹੈਗਾ। ਇਹ ਤਾਂ ਮੇਰੇ ਘਰ ਨੂੰ ਬਰਬਾਦ ਹੀ ਕਰਨ ਆਇਆ ਹੈ। ਔਰ ਨ ਜਾਣਤ ਕਾਜ ਕਛੂ ਇਹ ਦੇਵਨ ਕੋ ਸਭ ਤੇ ਸਰਸਾਹੀ। ਕਹਿੰਦੇ ਵੀ ਇਹ ਤੇ ਮੇਰੇ ਘਰ ਜੰਮਿਆ ਹੀ ਲੱਗਦਾ ਉਜਾੜਨ ਵਾਸਤੇ ਹੈ, ਵੀ ਘਰ ਵਿੱਚ ਲਿਆਉਂਦਾ ਰੁਪਈਆ ਨਹੀਂ ਤੇ ਜਿਹੜੀ ਘਰ ਦੀ ਚੀਜ਼ ਹੁੰਦੀ ਚੁੱਕ ਕੇ ਬਾਹਰ ਦੇ ਆਉਂਦਾ। ਨਾ ਕੋਈ ਡੋਲਣੀ ਛੱਡੀ, ਨਾ ਗਲਾਸ ਛੱਡਿਆ, ਨਾ ਡਰਮੀ ਛੱਡੀ, ਨਾ ਕੱਪੜਾ ਛੱਡਿਆ, ਨਾ ਆਟਾ ਛੱਡਿਆ, ਨਾ ਦਾਣੇ ਛੱਡੇ। ਅੱਗੇ ਤੇ ਨਿੱਕੀਆਂ ਚੋਰੀਆਂ ਕਰਦਾ ਸੀ, ਅੱਜ ਤਾਂ ਵੱਡਾ ਨੁਕਸਾਨ ਕਰ ਆਇਆ। ਅੱਜ ਤਾਂ ਆਪਣੀ ਛਾਪ ਹੀ ਲਾ ਕੇ ਦੇ ਆਇਆ। ਮੈਨੂੰ ਲੱਗਦਾ ਕਿਤੇ ਕਿਸੇ ਦਿਨ ਸਾਰਾ ਘਰ ਬੂਆ ਹੀ ਨਾ ਵੇਚ ਜਾਂਦਾ ਹੋਵੇ, ਕਿਉਂਕਿ ਨਿਰੰਕਾਰ ਹੈ ਨਾ। ਆਪਾਂ ਸਾਰੇ ਮੋਹ ਦੇ ਬੱਧੇ ਹਾਂ।
ਜਦੋਂ ਆਪਾਂ ਨੂੰ ਮਾਇਆ ਦਾ ਗੱਫਾ ਕਿਤੇ ਆਉਂਦਾ ਤੇ ਆਪਾਂ ਹੱਸੀਦਾ। ਬਾਣੀ ਕਹਿੰਦੀ ਜਬ ਕਛ ਪਾਵੇ ਤਬ ਗਰਭ ਕਰਤਾ, ਮਾਇਆ ਗਈ ਤਬ ਰੋਵਣ ਲੱਗਦਾ ਹੈ। ਹੁਣ ਇੱਥੇ ਇੱਕ ਇੱਦਾਂ ਹੋਇਆ ਵੀ 2 ਬੱਚੇ ਅਮਰੀਕਾ ਜਾਣੇ ਸੀ, ਇੱਕ ਬੱਚਾ ਪਹੁੰਚ ਗਿਆ, ਉਸ ਪਰਿਵਾਰ ਦੇ ਚਿਹਰੇ ਤੇ ਖੁਸ਼ੀਆਂ ਏ, ਧੰਨਵਾਦ ਹੈ, ਲਾਲੀ ਹੈ। ਇੱਕ ਦਾ ਵਾਪਸ ਆ ਗਿਆ, ਉਹ ਮੁੜ ਕੇ ਕਦੇ ਮੱਥਾ ਟੇਕਣ ਹੀ ਨਹੀਂ ਆਏ, ਮਨ ਟੁੱਟ ਗਿਆ। ਤੇ ਬਾਣੀ ਨੂੰ ਕੌਣ ਝੁਠਲਾ ਸਕਦਾ ਵੀ ਜਬ ਕਛ ਪਾਵੇ ਤਬ, ਵੀ ਜਦੋਂ ਗੱਫਾ ਆਉਂਦਾ ਤੇ ਉਦੋਂ ਤੇ ਫਿਰ ਮਾਣ ਕਰਦਾ ਹੀ, ਤੇ ਜਦੋਂ ਫਿਰ ਗੱਫਾ ਜਾਂਦਾ ਤੇ ਫਿਰ ਰੋਈ ਜਾਂਦਾ ਹੈ। ਇਸੇ ਤਰ੍ਹਾਂ ਪਟਵਾਰੀ ਸਾਹਿਬ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਹਨ, ਰਾਏ ਜੀ ਮੈਂ ਤੇ ਆਪ ਦੁਖੀ ਐ, ਵੀ ਇਹਨੇ ਆਪ ਤੇ ਕਮਾਈ ਕਰਨੀ ਕੋਈ ਨਹੀਂ, ਲੱਗਦਾ ਮੇਰੀ ਵੀ ਨਹੀਂ ਰਹਿਣ ਦੇਵੇਗਾ। ਚਾਹਤ ਮੈਂ ਏਕੀ ਕਬ ਆਪ ਕਮਾਏ ਕੈ ਆਪ ਹੀ ਖਾਹੀ। ਕਹਿਣ ਲੱਗੇ ਹੁਣ ਮੈਂ ਫੈਸਲਾ ਕਰ ਲਿਆ ਕਿ ਜਿਹੜੀ ਆਸ ਹੁੰਦੀ ਨਾ ਮਾਂ ਪਿਓ ਨੂੰ, ਹਰ ਕਿਸੇ ਮਾਂ ਬਾਪ ਨੂੰ, ਕਿ ਮੇਰੇ ਬੱਚੇ ਕਮਾਈ ਕਰਕੇ ਸਾਨੂੰ, ਉੱਚੀ ਬੋਲੋ, ਸਾਨੂੰ, ਉਹ ਤੇ ਕਹਿੰਦਾ ਮੈਂ ਅੱਜ ਖਤਮ ਕਰਤੀ ਆ, ਉਹ ਤੇ ਮੈਂ ਲਾਤੀ ਆਸ ਇਹ ਤੋਂ ਵੀ ਇਹ ਮੈਨੂੰ ਕਮਾਈ ਕਰੂ। ਹੁਣ ਮੈਂ ਇਹ ਫੈਸਲਾ ਕੀਤਾ ਵੀ ਇੰਨਾ ਹੀ ਬੜਾ ਧੰਨਵਾਦ ਵੀ ਆਪਦਾ ਕਰੇ ਤੇ ਖਾਵੇ, ਮੈਨੂੰ ਨਾ ਸਤਾਵੇ, ਬਸ ਮੇਰਾ ਫੈਸਲਾ ਕਰੋ। ਰਾਏ ਜੀ ਤੁਸੀਂ ਸਿਆਣੇ ਹੋ, ਇਸ ਚੀਜ਼ ਨੂੰ ਮੇਰੇ ਤੋਂ ਖਹਿੜਾ ਛਡਾਓ। ਧੰਨ ਮੇਰੇ ਨਾਨਕ ਪਾਤਸ਼ਾਹ ਫੇਰ ਹੱਸ ਰਹੇ ਹੈ। ਮਾਰੇ ਸੱਚੇ ਪਾਤਸ਼ਾਹ ਆਪ ਖੁਦਾ ਨਰਾਇਣ ਅਕਾਲ ਸਰੂਪ। ਰਾਏ ਜੀ ਮੋਹਿ ਕਨਾਹਿ ਵਿਚਾਰ ਕਾ, ਲਗ ਹੋਏ ਨਿਵਾਹਕ ਜਾਹੀ। ਕਹਿਣ ਲੱਗੇ ਜਿੱਦਾਂ ਆਮ ਘਰਾਂ 'ਚ ਵੰਡ ਹੁੰਦੀ ਤੇ ਪੰਚਾਇਤ ਵਿੱਚ ਇਦਾਂ ਗੱਲਾਂ ਹੁੰਦੀਆਂ, ਇਦਾਂ ਹੁੰਦੀਆਂ। ਪਟਵਾਰੀ ਸਾਹਿਬ ਕਹਿੰਦੇ, ਰਾਏ ਬੁਲਾਰ ਕਹਿੰਦੇ 10 ਪਟਵਾਰੀਆ ਕੀ ਚਾਹਣਾ? ਕਹਿੰਦਾ ਚਾਹਣਾ ਮੈਂ ਇਹੋ ਹੀ ਆ ਵੀ ਮੇਰਾ ਨਵੇੜਾ ਕਰ ਦਿਓ। ਉਹ ਕਹਿੰਦੇ ਚਾਹਣਾ ਕੀ ਹੈ? ਤੇ ਅੱਗੋਂ ਕਹਿਣ ਲੱਗੇ ਮੇਰੀ ਇੱਕੋ ਗੱਲ ਹੈ ਵੀ ਨਾਨਕ ਨੂੰ ਅੱਡ ਕਰ ਦਿਓ। ਆਖੋ ਸਤਿਨਾਮ। ਮਹਾਰਾਜ ਕਿਸੇ ਪਾਤਸ਼ਾਹ ਹੱਸ ਰਹੇ ਤੇ ਰਾਏ ਬੁਲਾਰ ਕਹਿੰਦਾ ਪਟਵਾਰੀ ਸਾਹਿਬ ਕੀ ਹੋ ਗਿਆ ਤੈਨੂੰ? ਅਜੇ ਵਿਆਹਿਆ ਨਹੀਂ, ਇਹਦਾ ਕੋਈ ਬੱਚਾ ਨਹੀਂ, ਕਦੇ ਕੁਆਰਿਆਂ ਨੂੰ ਵੀ ਅੱਡ ਕਰੀਦਾ ਹੁੰਦਾ? ਕਹਿੰਦੇ ਨਹੀਂ ਮੈਂ ਤੰਗ ਆ ਗਿਆ, ਤੂੰ ਮੈਨੂੰ ਨਹੀਂ ਇਹੋ ਜਿਹਾ ਪੁੱਤ ਚਾਹੀਦਾ। ਔਰ ਸੱਚ ਹੈ ਜਗਤ ਮੈਂ। ਇੱਥੋਂ ਬਾਣੀ ਦਾ ਫੇਰ ਅਰਥ ਨਿਕਲਦਾ ਵੀ ਕੋਈ ਨਹੀਂ ਕਿਸੇ ਦਾ ਧੀ ਪੁੱਤ ਨਾ ਰਿਸ਼ਤੇਦਾਰ। ਇਹ ਸੱਚ ਹੈ। ਇੱਥੇ ਇੱਕ ਮਾਂ ਆਈ, ਮੰਨਦੇ ਤੁਸੀਂ ਇਸ ਗੱਲ ਨੂੰ? ਅੱਜ ਤੋਂ 3 ਸਾਲ ਪਹਿਲਾਂ ਉਹਨੇ ਦੇਗ ਲੈ ਕੇ ਅਰਦਾਸ ਕਰਾਈ, ਨਾਲੇ ਰੋਪੀ, ਕਹਿੰਦੀ ਪੁੱਤ ਅਰਦਾਸ ਕਰ। ਮੈਂ ਕਿਹਾ ਦੱਸ ਮਾਂ ਰੋਣਾ ਕੀ ਹੈ? ਕਹਿੰਦੀ ਅਰਦਾਸ ਕਰ ਗੁਰੂ ਅਰਜਨ ਸਾਹਿਬ ਕਿਰਪਾ ਕਰਨਾ ਮੇਰਾ ਪੁੱਤ ਮਰ ਜੇ। ਮੰਨਦੇ ਤੁਸੀਂ ਇਦਾਂ ਦੀ ਅਰਦਾਸ ਕਦੀ ਮਾਂ ਕਰਾਊ? ਕਰਾਈ ਉਹਨੇ। ਮੈਂ ਕਿਹਾ ਮਾਂ ਇਸ ਘਰ 'ਚ ਬੁਰਾ ਨਹੀਂ ਮੰਗੀਦਾ, ਭਲਾ ਮੰਗੀਦਾ ਏ। ਕਹਿਣ ਲੱਗੀ ਕੀ ਭਲਾ ਮੰਗਾ? ਮੇਰੇ ਘਰ ਦੇ ਭਾਂਡੇ ਤੱਕ, ਛੱਤ ਦੇ ਬਾਲੇ ਤੱਕ ਵੇਚ ਗਿਆ। ਮੈਂ ਤੰਗ ਆਈ ਪਈ, ਜਾਂ ਰੱਬ ਮੇਰੇ ਤੇ ਪਰਦਾ ਪਾ ਦੇ ਜਾਂ ਇਹਦੇ ਤੇ ਪਾ ਦੇ। ਔਰ ਉੱਥੇ ਗੱਲ ਸਿੱਧ ਹੋ ਗਈ ਵੀ ਵਾਕਿਆ ਹੀ ਇਹੋ ਬੱਚਾ ਕਿਤੇ ਬਾਹਰ ਹੁੰਦਾ, ਇਸੇ ਮਾਂ ਨੇ ਰੁਮਾਲਾ ਤੇ ਦੇਗ ਲੈ ਕੇ ਆਉਣਾ ਸੀ, ਬਾਬਾ ਮੇਰੇ ਪੁੱਤ ਦੀ ਵੱਡੀ ਉਮਰ ਹੋਵੇ। ਇੱਥੋਂ ਬਾਣੀ ਸਿੱਧ ਕਰਦੀ ਹੈ ਕਿ ਜਗਤ ਮੈਂ ਝੂਠੀ, ਸਭ ਮਾਇਆ ਦੇ ਚੱਕਰ ਹੈ ਭਾਈ। ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ, ਕੋਈ ਕਿਸੇ ਦਾ ਧੀ ਪੁੱਤ ਨਹੀਂ, ਕੁਛ ਨਹੀਂ ਇੱਥੇ ਦੁਨੀਆ ਤੇ। ਜੇ ਤੇ ਕਮਾਈ ਕਰਦੇ ਹੋ ਤੇ ਤੁਹਾਡਾ ਰਿਸ਼ਤਾ ਸਿਆਣਾ, ਜੇ ਉਹੀ ਕਮਾਈ ਨਹੀਂ ਕਰਦੇ ਤੇ ਤੁਹਾਡਾ ਰਿਸ਼ਤਾ ਖਤਮ। ਮਾਇਆ ਦਾ ਪ੍ਰਤਾਪ ਹੈ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਦੇ ਪਿਤਾ ਜੀ ਅੱਜ ਤਾਂ ਰੋ ਪਏ। ਕਹਿੰਦੇ ਰਾਏ ਜੀ ਮਿਹਨਤ ਵਾਲੀ ਗੱਲ ਹੈ, ਮੇਰੇ ਘਰ ਦਾ ਨਵੇੜਾ ਕਰ ਦਿਓ ਤੇ ਨਾਨਕ ਨੂੰ ਅੱਡ ਕਰਨਾ, ਮੈਂ ਰੱਖਣਾ ਨਹੀਂ ਇਹਨੂੰ ਆਪਣੇ ਨਾਲ। ਤਬ ਕਿਉ ਨਿਭੈ ਅਬ ਵੈਸ ਜੁਬਾਨ ਕਾਰ ਕਮਾਹੀ। ਕਹਿਣ ਲੱਗੇ ਮੇਰੀ ਤੇ ਇਹਦੀ ਨਹੀਂ ਨਿਭਣੀ। ਮੈਂ ਸਾਰੀ ਜ਼ਿੰਦਗੀ ਕਮਾਈ ਕੀਤੀ, ਨਿੱਕੇ ਹੁੰਦੇ ਤੋਂ ਲੱਗਾ ਸੀ, ਫਿਰ ਪਟਵਾਰੀ ਬਣਿਆ ਤੇ ਫਿਰ ਐ ਕਮਾਈ ਕਰਕੇ ਲੱਖਾਂ ਦਾ ਕਾਰੋਬਾਰ ਚਲਾਇਆ। ਇਹਦਾ ਕੰਮ ਨਹੀਂ ਮੇਰੇ ਨਾਲ ਸੈੱਟ ਹੋਣਾ, ਕਿਉਂਕਿ ਇਹ ਤੇ ਦਿਨ ਪ੍ਰਤੀ ਦਿਨ ਲਿਜਾ ਕੇ ਵੰਡੀ ਜਾਂਦਾ। ਤੇ ਮੈਨੂੰ ਇਦਾਂ ਦਾ ਬੱਚਾ ਚਾਹੀਦਾ ਸੀ ਵੀ ਜਿਹੜਾ ਲੋਕਾਂ ਦੇ ਘਰਾਂ ਚੋਂ ਲਿਆ ਕੇ ਵੀ ਮੈਨੂੰ ਦੇਵੇ। ਇਹ ਤਾਂ ਮੇਰੇ ਘਰ ਚੋਂ ਝਾੜੂਗਾ, ਮੈਨੂੰ ਨਹੀਂ ਚਾਹੀਦਾ। ਰੱਬ ਦਾ ਵਾਸਤਾ ਔਰ ਸੱਚ ਹੈ ਸੰਗਤ ਜੀ। ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਇੱਕ ਪੰਕਤੀ ਖੁਦਾ ਦੀ ਹੈ, ਤੋ ਇਸ ਕਰਕੇ ਮਹਾਰਾਜ ਸਾਹਿਬ ਕਿਰਪਾ ਕਰਦੇ ਆ। ਸੱਚ ਹੈ, ਵੈਸੇ ਕਹਿਣਾ ਨਹੀਂ ਚਾਹੀਦਾ, ਪਿਆਰ ਵੀ ਕਈਆਂ ਦਾ ਹੈਗਾ, ਪਰ ਬਹੁਤੀ ਥਾਂ ਤੇ ਵੇਖਿਓ ਜੇ ਮੰਨ ਲਓ 3 ਭੈਣਾਂ 3 ਭਰਾ
ਇਹ ਭੈਣਾਂ ਵੀ ਉਸੇ ਭਰਾ ਵੱਲ ਵਾਰ-ਵਾਰ ਆਉਂਦੀਆਂ ਜਿਹਨੇ ਕੁਝ ਦੇਣਾ, ਇਹ ਗਰੰਟੀ ਆ। ਤੇ ਜਿਹਦੇ ਕੋਲ ਕੁਝ ਨਹੀਂ ਹੁੰਦਾ ਤੇ ਉਹ ਵੀ ਬਰਾਬਰ ਦਾ ਹੀ ਉਸੇ ਮਾਂ ਦੇ ਪੇਟੋਂ, ਪਰ ਉਹਦੇ ਵੱਲ ਘੱਟ ਜਾਂਦੇ। ਕਹਿੰਦੇ ਜੀ ਉਹ ਮੁੜ ਕੇ ਬਹਾਨੇ ਬਣਾ ਲੈਂਦੇ ਜੀ ਇਹਦੀ ਘਰ ਵਾਲੀ ਨਹੀਂ ਚੰਗੀ, ਉਹ ਗੱਲਾਂ ਬਾਤਾਂ ਕਰਦੀ। ਗੱਲਬਾਤ ਵਿੱਚੋਂ ਇਹੋ ਹੁੰਦੀ ਵੀ ਦੂਜੇ ਕੋ ਜਾਂਦੀ ਤੇ ਅਗਲਾ ਸੂਟ ਤੇ 2000 ਦੇ ਦਿੰਦਾ। ਉਹਦੇ ਕੋ ਗਈ ਤੇ ਉਹਨੇ ਵਿਚਾਰੇ ਨੇ ਆਖਿਆ ਹੋਰ ਭੈਣੇ ਠੀਕ ਠਾਕ, ਚੰਗਾ ਮੈਨੂੰ ਥੋੜਾ ਜਿਹਾ ਕੰਮ ਹੈ ਦਿਹਾੜੀ ਜਾਣਾ, ਤੇ ਆਪੇ ਨਹੀਂ ਜਾਣਾ। ਇਸ ਕਰਕੇ ਮਾਇਆ ਬੜੀ ਬਲਵਾਨ ਹੈ, ਬੜੇ ਬੜੇ ਰਿਸ਼ਤੇ ਨਿਭਾਉਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅੱਜ ਵੀ ਮਾਇਆ ਹੀ ਹੈ। ਮੰਨ ਲਓ ਆਪਾਂ ਰਿਸ਼ਤਾ ਹੀ ਕਰਦੇ, ਕਦੇ ਆਪਾਂ ਸੋਚਿਆ ਵੀ ਜੇ ਮੇਰੇ ਪੁੱਤ ਨੂੰ 20 ਕਿੱਲੇ ਆਉਂਦੀ ਮੈਂ ਉਹ ਕੁੜੀ ਨਾਲ ਰਿਸ਼ਤਾ ਕਰਨਾ ਜਿਹਦੀ ਮਰਲਾ ਬਣੇ? ਸਵਾਲ ਨਹੀਂ ਪੈਦਾ ਹੁੰਦਾ। ਕੁਝ ਕੁ ਹੈਗੇ 20% ਜਿਹੜੇ ਇਦਾਂ ਸੋਚਦੇ ਆ ਵੀ ਆਪਾਂ ਨੂੰ ਰੱਬ ਨੇ ਇੰਨਾ ਦਿੱਤਾ ਕਿਸੇ ਗਰੀਬ ਨੂੰ ਚੁੱਕੋ, ਪਰ ਨਹੀਂ ਤੇ ਅਗਲੇ ਪਹਿਲਾਂ ਹੀ ਪੁੱਛਦੇ ਬਰਾਬਰ ਦੀ ਹੈ ਸਾਮੀ, ਝੱਲਣਗੇ ਸਾਡਾ ਭਾਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਆਰੇ ਰੱਬ ਦੇ ਅੱਜ ਪਿਆਰ ਦੇ ਵਿੱਚ ਬੈਠੇ ਤੇ ਰਾਏ ਬੁਲਾਰ ਕਦੇ ਨਾਨਕ ਵੱਲ ਵੇਂਦੇ ਐ, ਕਦੇ ਪਟਵਾਰੀ ਵੱਲ ਦੇਖਣਾ ਕਰਦੇ ਹਨ। ਰਾਏ ਬੁਲਾਰ ਵਿਚਾਰ ਕਹੀ ਨਿਤਰਾਰ ਹੋਆ, ਤੁਮਰੇ ਕਰ ਮਾਹੀ। ਕਹਿੰਦੇ ਸਿਆਣੇ ਬੰਦੇ ਦਾ ਆ ਫਾਇਦਾ ਹੁੰਦਾ। ਰਾਏ ਬੁਲਾਰ ਜੀ ਕਹਿੰਦੇ ਪਟਵਾਰੀ ਸਾਹਿਬ ਇੱਕ ਸਲਾਹ ਦੇਵਾਂ, ਤੂੰ ਮੇਰਾ ਮਿੱਤਰ ਹੈ, ਜੇ ਆਪਾਂ ਤੇਰੇ ਘਰ 'ਚ ਨਾਨਕ ਨੂੰ ਅੱਡ ਕੀਤਾ ਤੇ ਸਾਰੇ ਪਿੰਡ 'ਚ ਤੇਰੀ ਇੱਜ਼ਤ ਰੁਲ ਜਾਣੀ, ਕਿਉਂਕਿ ਤੇਰਾ ਨਾਮ ਬੜਾ, ਲੋਕੀ ਕੀ ਕਹਿਣਗੇ ਵੀ ਕੁਆਰੇ ਪੁੱਤ ਨੂੰ ਹੀ ਕੰਧ ਕਰਤੀ। ਇਹਦੇ ਨਾਲੋਂ ਚੰਗਾ ਮੇਰੇ ਆਖੇ ਲੱਗ ਤੇ ਆਪਾਂ ਨਾਨਕ ਨੂੰ ਬੇਬੇ ਕੋਲ ਸੁਲਤਾਨਪੁਰ ਨਾ ਭੇਜ ਦਈਏ। ਆਖੋ ਸਰ ਇੱਕ ਵਾਰੀ ਛੱਡੋ ਜਕਾਰਾ ਹੁਣ ਬੋਲੇ ਹੁਣ ਆਪਣੇ ਭਾਗ ਜਾਗਣ ਲੱਗੇ ਦੁਆਬੇ ਵਾਲਿਓ, ਰੱਬ ਆਪਣੇ ਘਰ ਆ ਜਾਣਾ ਹੁਣ। ਇਸ ਕਰਕੇ ਰਾਏ ਦੇ ਬਚਨ ਨੂੰ ਬੜੇ ਧਿਆਨ ਨਾਲ ਸੁਣਦੇ ਹਨ। ਨਾਨਕ ਕੋ ਅਬ ਧਾਮ ਜੈ ਰਾਮ, ਕਹਿਓ ਮਮ ਮਾਨ ਪਠਾਓ ਤਾਹੀ। ਕਹਿਣ ਲੱਗੇ ਆਪਾਂ ਇਦਾਂ ਕਰਦੇ ਆਂ, ਮੈਂ ਭਾਈਆ ਜੈ ਰਾਮ ਨੂੰ ਚੰਗੀ ਤਰ੍ਹਾਂ ਜਾਣਦਾ, ਨਾਲੇ ਉਸ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਕਰੋੜਾਂ ਦਾ ਕਾਰੋਬਾਰ ਹੈ ਬੇਬੇ ਨਾਨਕੀ ਦਾ। ਸੱਚੀ ਬੇਬੇ ਦਾ ਦਿਲ ਵੀ ਵੱਡਾ ਸੀ ਤੇ ਘਰ ਵੀ ਵੱਡਾ ਸੀ। ਕਈਆਂ ਦੇ ਘਰ ਵੱਡੇ ਹੁੰਦੇ ਪਰ ਦਿਲ ਛੋਟੇ ਹੁੰਦੇ, ਤੇ ਕਈਆਂ ਦੇ ਦਿਲ ਵੱਡੇ ਹੁੰਦੇ ਤੇ ਘਰ, ਇਦਾਂ ਦੀ ਬਹੁਤ ਦੁਨੀਆ ਮਿਲਦੀ। ਕਈਆਂ ਕੋਲ ਬਹੁਤ ਕਰੋੜਾਂ ਏ ਪਰ ਉਹਨਾਂ ਦਾ ਦਿਲ ਚਿੜੀ ਦਾ, ਤੇ ਕਈਆਂ ਦੇ ਘਰ 'ਚ ਹੈ ਕੁਛ ਨਹੀਂ ਦਿਹਾੜੀ ਪਰ ਦਿਲ ਬੜਾ ਦਰਿਆ ਹੈ। ਇਸ ਕਰਕੇ ਕੁਝ ਰੂਹਾਂ ਹੁੰਦੀਆਂ ਜਿਨ੍ਹਾਂ ਦਾ ਘਰ ਵੀ ਵੱਡਾ ਤੇ ਦਿਲ ਵੀ ਵੱਡਾ ਰੱਬ ਨੇ ਦਿੱਤਾ ਹੁੰਦਾ ਹੈ। ਇਸ ਕਰਕੇ ਬੇਬੇ ਮੇਰੀ ਦਾ ਘਰ ਵੀ ਬੜਾ ਵੱਡਾ, ਵੀਰ ਵੀ ਬੜਾ ਵੱਡਾ, ਤੇ ਦਿਲ ਵੀ ਸੱਚੀ ਜਿਗਰਾ ਵੀ ਬੜਾ ਵੱਡਾ ਹੈ। ਇਹ ਸੱਚ ਹੈ, ਸਾਰੀਆਂ ਚੀਜ਼ਾਂ ਰੱਬ ਕਿਸੇ ਨੂੰ ਨਹੀਂ ਦਿੰਦਾ। ਰਿਸ ਸਾਂਦਰ ਬਾਕ ਕਹ ਨਿਤਹਿ ਦੁਖ ਨਾਨਕ ਰੰਜ ਸਦਾ ਕਰ ਮਾਹੀ। ਤੇ ਰਾਏ ਜੀ ਕਹਿਣ ਲੱਗੇ ਦੇਖ ਪਟਵਾਰੀ ਸਾਹਿਬ, ਤੈਨੂੰ ਵੀ ਪਤਾ ਕਿ ਮੈਂ ਨਾਨਕ ਨੂੰ ਪਿਆਰ ਬਹੁਤ ਕਰਦਾ, ਤੇ ਜਦੋਂ ਤੂੰ ਇਦਾਂ ਦਬਕੇ ਮਾਰਦਾ ਝਿੜਕਾਂ ਮਾਰਦਾ ਤੇ ਮੈਥੋਂ ਜਰ ਨਹੀਂ ਹੁੰਦਾ, ਤੇ ਜੇ ਨਾਨਕ ਇੱਥੇ ਰਿਹਾ ਤੇ ਤੁਹਾਡਾ ਪਿਓ ਪੁੱਤਾਂ ਦਾ ਚੱਕਰ ਚੱਲੀ ਜਾਣਾ, ਕਿਉਂਕਿ ਨਾਨਕ ਨੇ ਵੰਡਣੋਂ ਨਹੀਂ ਹਟਣਾ ਤੇ ਤੂੰ ਲੜਨੋਂ ਨਹੀਂ ਹਟਣਾ। ਉਹਦਾ ਸੁਭਾਅ ਵੰਡਣਾ ਏ, ਤੇਰਾ ਸੁਭਾਅ ਇਕੱਠਾ ਕਰਨਾ ਏ। ਇੱਕ ਮਿਆਨ 'ਚ ਦੋ ਤਲਵਾਰਾਂ ਕਦੇ ਨਹੀਂ ਪੈਣੀਆਂ। ਔਰ ਇਹ 'ਚ ਸੱਚ ਹੈ, ਇਹ ਸਹੀ ਗੱਲ ਹੈ ਕਿ ਜਿੱਥੇ ਪਿਆਰ ਉੱਥੇ ਦੋ ਫਾਸਲਾ ਚਾਹੀਦਾ। ਹੁਣ ਕਈਆਂ ਦੋ ਜੀਆਂ ਦਾ ਦਿਲ ਦਰਿਆ ਹੁੰਦਾ, ਉੱਥੇ ਨਿਭਦੀ ਹੈ ਵੀ ਜੇ ਘਰ ਦੀ ਨੇ ਕਹਿਤਾ ਜੀ ਆਪਾਂ ਸੇਵਾ ਕਰਨੀ, ਕਰਦਾ ਕਵੇ 7 ਵਚਨ ਹੈ। ਜੇ ਘਰ ਦੇ ਨੇ ਕਹਿਤਾ ਜੀ ਸੇਵਾ ਕਰੀਏ, ਕਈਆਂ ਦਾ ਬਹੁਤ ਤੇ ਹੈ, ਬਿਨਾਂ ਪੁੱਛਿਓ ਹੀ ਹਾਂ ਕਰ ਆਉਂਦੇ, ਮਜਾਲ ਕੀ ਕੋਈ ਦੂਜੀ। ਤੇ ਕਈਆਂ ਦਾ ਸੁਭਾਅ ਇੱਕ ਦਾ ਨੀਤ ਮਾੜੀ, ਇੱਕ ਦਿਲ ਦਰਿਆ, ਉਹਨਾਂ ਵਿਚਾਰਿਆਂ ਦੀ ਖੜਕ ਪੈਂਦੀ ਹੈ, ਕਿਉਂਕਿ ਇੱਕ ਨੂੰ ਚਾਹ ਹੁੰਦਾ ਕਿ ਮੈਂ ਸਾਰਿਆਂ ਦਾ ਕਰਾਂ, ਤੇ ਉਹ ਜਿਹੜਾ ਨਾਲ ਜੁੜਿਆ ਹੁੰਦਾ ਉਹ ਕਹਿੰਦਾ ਦਾ ਸਾਰਾ ਕੁਝ ਦਿਆ ਤੂੰ, ਗੁਰਦੁਆਰੇ ਚੜਾ ਦਿਓ, ਉੱਥੇ ਹੀ ਰਹਿ ਪਿਓ। ਇਸ ਕਰਕੇ ਕਈਆਂ ਦੇ ਘਰ 'ਚ ਕਲੇ ਪੈ ਜਾਂਦੀ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਤੁਹਾਡੀ ਨਹੀਂ ਨਿਭਣੀ। ਤੇਰਾ ਸੁਭਾਅ ਪਟਵਾਰੀ ਦਾ ਵੀ ਜਿੱਦਾਂ ਲੋਕਾਂ ਦੀਆਂ ਗੁੱਠਾਂ ਗਾਠਾਂ ਛਾਂਗ ਕੇ ਬਥੇਰੀ ਛਿੱਲ ਲਾਉਂਦੇ ਪਟਵਾਰੀ, ਇਹਨਾਂ ਨੂੰ ਹਿਸਾਬ ਕਿਤਾਬ ਹੁੰਦਾ ਇਦਾਂ। ਹੁਣ ਆ ਖਰਾਬੇ ਖਰੂਬੇ ਆਉਂਦੇ ਨਾ ਸਾਡੇ ਉਧਰ, ਪਾਣੀ ਆ ਜਾਂਦਾ ਮੈਨੂੰ ਤਾਂ ਪਤਾ, ਤੇ ਉਹ ਫਿਰ ਪਟਵਾਰੀ ਜਦੋਂ ਖਰਾਬਾ ਬਣਾਉਂਦੇ ਨਾ, ਤੇ ਮੈਂ ਵੀ ਕਈ ਵਾਰੀ ਜਾਂਦਾ ਹੁੰਦਾ ਸੀ ਪਹਿਲਾਂ, ਤੇ ਉਹਨੇ ਕਹਿਣਾ ਵੀ 5 ਕਿੱਲਿਆਂ ਦਾ ਬਣਾ ਦਿੰਦੇ ਆ ਤੇ 2 ਮੇਰੇ 3 ਤੁਸੀਂ, ਕਈ 60 ਕਿੱਲਿਆਂ ਦਾ ਖਰਾਬਾ ਤੇ ਵਿੱਚੋਂ 10 ਪਟਵਾਰੀ ਸਾਹਿਬ ਦੇ।
ਇਸ ਤਰ੍ਹਾਂ ਕਰਕੇ ਪਟਵਾਰੀ ਨੇ ਹੁਣ ਗੁੱਠਾਂ ਛਾਂਗੀਆਂ, ਵਟਾਂ ਮੁਟਾਂ ਛਾਂਗ ਕੇ ਕਰੋੜਾਂ ਇਕੱਠਾ ਕੀਤਾ ਤੇ ਉਹਦੇ ਘਰ ਰੱਬ ਆ ਗਿਆ ਤੇ ਰੱਬ ਵੰਡੀ ਜਾਂਦਾ। ਤੇ ਹੁਣ ਜਿਹੜਾ ਬੰਦਾ ਰੁਪਈਆ ਨਾ ਦਿੰਦਾ ਹੋਵੇ ਤੇ ਉਹਦੇ ਘਰ ਬੱਚਾ ਇਦਾਂ ਦਾ ਆਵੇ ਵੀ ਜਿਹੜਾ ਦਿਲ ਦਰਿਆ ਹੋਵੇ, ਉੱਥੇ ਕਿੱਥੋਂ ਰੋਕ ਆਉਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਿਲ ਦਰਿਆ ਖੁਦਾਈ ਨੂਰ ਹੈ ਵੰਡਣ ਆਏ ਹਨ। ਨਾ ਮੇਲ ਬਨਾ ਤੁਮਰੋ ਉਨਕੋ ਜਿਮ ਪੂਰਬ ਪਛਮ ਦ્વાર ਨਰ ਜਾਹੀ। ਕਿੰਨੀ ਸੋਹਣੀ ਉਦਾਹਰਨ ਕਵੀ ਰਾਜ ਜੀ ਨੇ ਦਿੱਤੀ। ਕਹਿੰਦੇ ਜਿੱਦਾਂ ਪੂਰਬ ਤੇ ਪੱਛਮ ਦਾ ਕਦੇ ਮੇਲ ਨਹੀਂ ਹੁੰਦਾ, ਇਦਾਂ ਮੇਰੇ ਨਾਨਕ ਦਾ ਤੇ ਉਹਦੇ ਪਿਤਾ ਜੀ ਦਾ ਮੇਲ ਨਹੀਂ ਹੋ ਰਿਹਾ। ਮਨ ਲੋਲ ਪਤਾ ਤਵ ਤਾਹੇ ਉਧਾਰਤ ਸੰਤ ਸੁਭਾਏ ਸਦਾ ਕਰੁਣਾ ਹੀ। ਕਹਿੰਦੇ ਗੁਰੂ ਨਾਨਕ ਸਾਹਿਬ ਤਾਂ ਸੰਤ ਸੁਭਾਅ ਖੁਦਾਈ ਨੂਰ ਆਪ ਅੱਲਾ ਹੈ, ਤਾਂ ਹੀ ਤਾਂ ਕਿਸੇ ਨੇ ਬੜੇ ਪਿਆਰੇ ਬਚਨ ਕਹੇ ਹਨ। ਸੇਵਕ ਭੇਜ ਬੁਲਾਏ ਕਾ ਨਾਨਕ ਪਾਸ ਵਸਾਏ ਕਾ ਸਾਦਰ ਪਰਾਹੀ। ਔਰ ਇਸ ਤਰ੍ਹਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੇ ਕੋਲ ਬਿਠਾਇਆ ਹੈ। ਰਾਏ ਜੀ ਨੇ ਬੜੇ ਪ੍ਰੇਮ ਦੇ ਨਾਲ ਗੱਲਬਾਤ ਚੱਲ ਰਹੀ ਹੈ। ਸਾਧ ਸੰਗਤ ਜੀ ਸਮਾਂ ਸੰਪੂਰਨ ਹੈ। ਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦਾ ਵਿਰਾਗਮਈ ਆਨੰਦਮਈ ਦੋਵੇਂ ਚੀਜ਼ਾਂ ਚੱਲ ਰਹੀਆਂ। ਕਦੇ ਇੱਕ ਘਰ 'ਚ ਇੱਕ ਟਾਈਮ ਦੋ ਚੀਜ਼ਾਂ ਨਹੀਂ ਹੋ ਸਕਦੀਆਂ, ਵੀ ਖੁਸ਼ੀ ਵੀ ਹੋਵੇ ਤੇ ਪਰ ਅੱਜ ਇਤਿਹਾਸ ਦੇ ਵਿੱਚ ਦੋਵੇਂ ਚੀਜ਼ਾਂ ਹੈ। ਪਿਤਾ ਜੀ ਰੋ ਰਹੇ ਹੈ ਤੇ ਨਾਨਕ ਜੀ ਹੱਸ ਰਹੇ ਹੈ। ਉਹ ਗਮੀ ਦੇ ਵਿੱਚ ਹੈ ਤੇ ਨਾਨਕ ਜੀ ਖੁਸ਼ੀ ਦੇ ਵਿੱਚ ਹੈ, ਤੇ ਦੋਵਾਂ ਦੇ ਵਿੱਚ ਤੀਜਾ ਰਾਏ ਬੁਲਾਰ ਹੈ। ਤੇ ਰਾਏ ਬੁਲਾਰ ਵੀ ਅੰਦਰੋਂ ਗੁਰੂ ਨਾਨਕ ਨੂੰ ਚਾਹੁੰਦਾ ਏ ਤੇ ਬਾਹਰੋਂ ਪਟਵਾਰੀ ਦਾ ਪੱਖ ਪੂਰ ਰਿਹਾ। ਇਹਨੂੰ ਕਹਿੰਦੇ ਸਿਆਣਪ। ਅੰਦਰ ਉਹਦਾ ਨਾਨਕ ਵਾਲੀ ਡੁੱਲਣ ਦਿਆ ਸਾਰਾ, ਤੇ ਇਸ ਕਰਕੇ ਉਹ ਜੱਜਮੈਂਟ ਨਹੀਂ ਹੋਣ ਦਿੰਦਾ ਵੀ ਹੁਣ ਪਰੇ ਜਿਹੜੀ ਹੁੰਦੀ ਨਾ, ਪਰੇ ਦੇ ਵਿੱਚ ਜਿਹੜੇ ਬਹਿੰਦੇ ਉਹਨਾਂ ਨੂੰ ਬੜਾ ਖਿਆਲ ਰੱਖਣਾ ਪੈਂਦਾ ਵੀ ਇੱਕ ਨਾ ਧੱਕਾ ਨਾ ਹੋ ਜੇ। ਹੁਣ ਅੰਦਰ ਉਹਦਾ ਗੁਰੂ ਨਾਨਕ ਵੱਲ ਹੈ, ਅੰਦਰੋਂ 100% ਗੁਰੂ ਨਾਨਕ ਦੇ ਵੱਲ ਗਵਾਈ ਜਾ ਰਹੀ, ਪਰ ਬਾਹਰੋਂ ਪਟਵਾਰੀ ਸਾਹਿਬ ਨੂੰ ਵੀ ਹੌਸਲਾ ਦਿੰਦੇ ਆ ਵੀ ਕੋਈ ਨਹੀਂ ਆਪਾਂ ਨਿਆਂ ਕਰਦੇ ਆ, ਗੱਲ ਅੰਦਰ ਦੀ ਹੈ। ਤੇ ਗੁਰੂ ਨਾਨਕ ਸਾਹਿਬ ਹੱਸ ਰਹੇ ਹੈ ਕਿ ਜਿਹਦਾ ਨਿਆਂ ਕਰਾ ਰਿਹਾ ਹੈ ਅੰਦਰ ਉਹਦਾ ਮੇਰੇ ਨਾਲ ਹੈ। ਤੇ ਸੱਚ ਜਾਣਿਓ ਤੁਹਾਡੇ ਨਾਲ ਕੋਈ ਖੜੋਤਾ ਹੋਵੇ ਖੁਸ਼ੀ ਆਉਂਦੀ ਹੈ, ਪਰ ਗੁਰੂ ਨਾਨਕ ਸਾਹਿਬ ਤੇ ਸਾਰਿਆਂ ਨਾਲ ਖਲੋਣ ਵਾਲੇ ਹੈ। ਜਦੋਂ ਕੋਈ ਵੀ ਨਹੀਂ ਆਪਣੇ ਨਾਲ ਖਲੋਣਾ ਨਾ, ਸਾਰਿਆਂ ਨੇ ਸਾਥ ਛੱਡ ਜਾਣਾ। ਸੁਖ ਮੈਂ ਬਹੁ ਸੰਗੀ ਪਏ ਦੁੱਖ ਮੈਂ ਸੰਗ ਨਾ ਕੋਈ। ਕਹਿੰਦੇ ਦੁੱਖ ਦੇ ਵਿੱਚ ਸਾਰੇ ਪਿਛਾਂ ਹੋ ਜਾਣੇ। ਉੱਥੇ ਵੀ ਮਹਾਰਾਜ ਸਾਹਿਬ ਕਹਿੰਦੇ ਨਾਨਕ ਕੱਚੜਿਆਂ ਸਿਓ ਢੂੰਡ ਸੱਜਣ ਓਏ ਜੀਵਨ ਦੇ ਵਿਛੜਿਓ ਮੋਇਆ। ਮੇਰੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਰਾਏ ਬੁਲਾਰ ਭੇਜਿਆ। ਕਿਸੇ ਆਖਿਆ ਪਟਵਾਰੀ ਦਾ ਪੁੱਤ ਸੋਹਣਾ, ਭਾਰਤ ਵਰਸ਼ ਦੀ ਸ਼ਾਨ ਚਮਕਾਣ ਆਇਆ। ਕਿਸੇ ਆਖਿਆ ਲਾਲ ਤ੍ਰਿਵਤਾ ਦਾ ਤ੍ਰਿਵਤ ਕਰਨ ਦੇ ਲਈ ਜਹਾਨ ਆਇਆ। ਕਿਸੇ ਆਖਿਆ ਮੁਰਸ਼ਦ ਰਾਏ ਬੁਲਾਰ ਦਾ ਏ, ਸੱਚੇ ਪਿਆਰ ਨੂੰ ਤੋੜ ਚੜਾਉਣ ਆਇਆ। ਕਿਸੇ ਆਖਿਆ ਯਾਰੋ ਲਾਲਵਾਂ ਦਾ ਸੁੱਕੀ ਰੋਟੀ 'ਚ ਦੁੱਧ। ਕਿਸੇ ਆਖਿਆ ਵੀਰੋ ਨਾਨਕੀ ਦਾ ਭੈਣ ਪਿਆਰ ਦੇ ਤਾਈਂ ਜਤਾਉਣ ਆਇਆ। ਕੁਦਰਤ ਬੋਲ ਪਈ ਆਪ ਕਰਤਾਰ ਨਾਨਕ ਜਗਤ ਜਲੰਦੇ 'ਚ ਠੰਡ ਵਰਤਾਉਣ ਆਇਆ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ,
ਧੰਨ ਗੁਰੂ ਨਾਨਕ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਰਿਆਂ ਦੀਆਂ ਝੋਲੀਆਂ ਭਰਨ। ਗੁਰੂ ਸਾਹਿਬ ਜੀ ਦੀ ਕਿੰਨੀ ਕਿਰਪਾ ਕਿ ਮਹਾਰਾਜ ਦੇ ਪ੍ਰਕਾਸ਼ ਅਵਤਾਰ ਦੀਆਂ ਕਥਾ ਚੱਲ ਰਹੀਆਂ ਔਰ ਕੱਤਕ ਦੀ ਪੂਰਨਮਾਸੀ ਨੂੰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ। ਕਿੱਡਾ ਕੁੰਭ ਲੱਗਾ ਹੈ ਸਾਧ ਸੰਗਤ ਜੀ, 4 ਤੋਂ 5 ਆਪ ਸੰਗਤਾਂ ਵਡਭਾਗੇ ਹੋ ਜਿਹੜੇ ਲਾਹਾ ਲੈਂਦੇ ਹੋ। ਸਤਿਗੁਰੂ ਮਹਾਰਾਜ ਸਭ ਦੀਆਂ ਝੋਲੀਆਂ ਭਰਨ, ਅਰਦਾਸਾਂ ਸੰਪੂਰਨ ਕਰਨ। ਵਾਹਿਗੁਰੂ ਜੀ ਕਾ